ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਵਰਿੰਦਰ ਸਿੰਘ ਭੁੱਲਰ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੀ ਇਸ ਵਿਚਾਰ ਚਰਚਾ 'ਚ ਇੱਕ ਅਜਿਹਾ ਵਿਸ਼ਾ ਅਸੀਂ ਛੂਹਣ ਜਾ ਰਹੇ ਹਾਂ ਜਿਸ ਵਿਸ਼ੇ ਨੂੰ ਸੁਣਨ ਤੋਂ ਬਾਅਦ ਤੁਸੀਂ ਬਹੁਤ ਚਿਰ ਇਹ ਸੋਚਣ ਨੂੰ ਮਜਬੂਰ ਹੋ ਜਾਓਗੇ ਕਿ ਸਾਡੇ ਪੁਰਖਿਆਂ ਵੱਲੋਂ ਜੋ ਗੱਲਾਂ ਕਹੀਆਂ ਜਾਂਦੀਆਂ ਸੀ ਜਾਂ ਜੋ ਰੂਟੀਨ ਅਸੀਂ ਪਹਿਲਾਂ ਅਪਣਾਉਂਦੇ ਸੀ ਉਹਦੇ ਨਾਲ ਇਹ ਨਹੀਂ ਸੀ ਕਿ ਸਾਡੇ ਕੋਲ ਉਹਨੂੰ ਸਾਧਨਾਂ ਦੀ ਕਮੀ ਸੀ ਤੇ ਤਾਂ ਉਹ ਰੂਟੀਨ ਜਿਹੜੀ ਚੱਲ ਰਹੀ ਸੀ ਉਹਦੇ ਪਿੱਛੇ ਕਈ ਹੋਰ ਤਰ੍ਹਾਂ ਦੀਆਂ ਸਾਇੰਸਿਸ ਵੀ ਛੁਪੀਆਂ ਹੋਈਆਂ ਸੀ। ਤੇ ਜਦੋਂ ਅਸੀਂ ਦੁਨਿਆਵੀ ਸੁੱਖਾਂ ਦੇ ਵਿੱਚ ਜਾਂ ਤਰੱਕੀ ਦੇ ਨਾਂ ਦੇ ਉੱਤੇ ਜਿਹੜੇ ਸੁੱਖ ਸਾਨੂੰ ਮਿਲੇ, ਅਸੀਂ ਜਦੋਂ ਉਹਨਾਂ ਦੇ ਵਿੱਚ ਪੈ ਕੇ ਆਪਣੀ ਰੂਟੀਨ ਚੇਂਜ ਕੀਤੀ ਤੇ ਸਾਡੇ ਸਰੀਰਾਂ ਦੇ ਵਿੱਚ ਕਿੱਦਾਂ ਦੇ ਬਦਲਾਅ ਆਉਣ ਲੱਗ ਪਏ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਅਸੀਂ ਬਾਹਰ ਸੌਂਦੇ ਸੀ ਤੇ ਸਾਨੂੰ ਕਿੱਦਾਂ ਦੇ ਸਾਡੇ ਸਰੀਰ ਦੇ ਅੰਦਰ ਜਿਹੜੇ ਸਾਨੂੰ ਫਾਇਦੇ ਮਿਲਦੇ ਸੀ, ਉਹ ਅੱਜ ਆਪਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਤੁਸੀਂ ਹੁਣ ਇੱਕ ਮਰੀਜ਼ ਨਾਲ ਗੱਲ ਕਰ ਰਹੇ ਸੀ ਤੇ ਮੇਰਾ ਮਨ ਨੂੰ ਬੜੀ ਗੱਲ ਛੋਈ ਕਿ ਜਿਹੜਾ ਮੈਂਸਟਰਲ ਸਾਈਕਲ ਹੈਗਾ, ਯਾਨੀ ਕਿ ਔਰਤਾਂ ਨੂੰ ਜਿਹੜੀ ਮਾਹਵਾਰੀ ਆਉਂਦੀ ਹੈ ਉਸ ਦਾ ਜਿਹੜਾ ਸਾਈਕਲ ਹੈਗਾ ਉਹਦਾ ਜਿਹੜਾ ਸੰਬੰਧ ਹੈ ਉਹ ਚੰਦਰਮਾ ਦੇ ਨਾਲ ਹੈ। ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਚੰਦਰਮਾ ਦੇ ਨਾਲ ਔਰਤਾਂ ਦੇ ਮੈਂਸਟਰਲ ਯਾਨੀ ਮਾਹਵਾਰੀ ਦੇ ਸਾਈਕਲ ਦਾ ਕੀ ਸੰਬੰਧ ਹੈ? ਦੇਖੋ, ਮੈਂ ਪਹਿਲਾਂ ਹੀ ਦੱਸ ਦਿਆਂ ਕਿਉਂਕਿ ਔਨ ਕੈਮਰਾ ਆਪਾਂ ਇਹਨਾਂ ਚੀਜ਼ਾਂ ਨੂੰ ਬੋਲਾਂਗੇ ਤਾਂ ਇਹਨੂੰ ਕਿਸੇ ਵਹਿਮ ਜਾਂ ਭਰਮ ਨਾਲ ਨਹੀਂ ਆਪਾਂ ਜੋੜਨਾ ਹੈਗਾ। ਨੇਚਰ, ਸਾਡੀ ਬੋਡੀ ਨੇਚਰ ਨੇ ਬਣਾਈ ਹੈ, ਕਿਸੇ ਸਾਇੰਸਦਾਨ ਨੇ ਨਹੀਂ ਬਣਾਈ ਹੈਗੀ। ਇਸ ਕਰਕੇ ਇਹ ਕੁਦਰਤ ਦੇ ਨਿਯਮ 'ਚ ਹੀ ਰਹਿੰਦੀ ਹੈ। ਤੁਸੀਂ ਨਿਯਮ ਮੰਨੋ ਜਾਂ ਨਾ ਮੰਨੋ, ਲੇਕਿਨ ਤੁਹਾਡੀ ਬੋਡੀ ਨਿਯਮ ਤੋਂ ਬਾਹਰ ਨਹੀਂ ਜਾਂਦੀ। ਤੁਸੀਂ ਇਹਨੂੰ ਮਾੜਾ ਜਿਹਾ ਬਾਹਰ ਲੈ ਕੇ ਜਾਓ, ਤੁਹਾਨੂੰ ਅਗਲੇ ਦਿਨ ਹੀ ਦੱਸ ਦਿੰਦੀ ਹੈਗੀ ਹੈ ਕਿ ਤੁਸੀਂ ਨਿਯਮ ਤੋੜਿਆ ਅਤੇ ਇਹਦੇ ਅੰਦਰ ਭਿਆਨਕ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਜਿਵੇਂ ਸੂਰਜ ਦੀ ਰੌਸ਼ਨੀ ਸਾਡੀਆਂ ਹੱਡੀਆਂ ਵਾਸਤੇ ਕੰਮ ਕਰਦੀ ਹੈ, ਉਹ ਚੰਦਰਮਾ ਦੀ ਜਿਹੜਾ ਕੰਮ ਹੈਗਾ, ਉਹਦੀ ਸੂਰਜ ਦੀ ਲਾਈਟ ਹੈ ਜਿਹੜੀ, ਉਹ ਸਾਡੀ ਬੋਡੀ ਦੇ ਅੰਦਰ ਜਿਹੜੀ ਰਸ ਤੰਤਰ ਹੈ, ਪ੍ਰਣਾਲੀ ਹੈ, ਹਾਰਮੋਨਲ ਵਰਕ ਹੈ, ਉਹਨੂੰ ਬੈਲੈਂਸ ਕਰਨ 'ਚ ਉਹਦਾ ਬਹੁਤ ਵੱਡਾ ਯੋਗਦਾਨ ਹੈ, ਜਿਹਦਾ ਫਾਇਦਾ ਜਿਹੜਾ ਹੈਗਾ ਉਹ ਔਰਤਾਂ ਨੂੰ ਬਹੁਤ ਜ਼ਿਆਦਾ ਉੱਥੋਂ ਮਿਲ ਸਕਦਾ। ਪਹਿਲਾਂ ਦੇਖੋ, ਇਹਨਾਂ ਚੀਜ਼ਾਂ ਦੇ ਉੱਤੇ ਨਾ ਬੋਲਣ ਦੀ ਜਾਂ ਗਿਆਨ ਹਾਸਲ ਇਕੱਠਾ ਕਰਨ ਦੀ ਲੋੜ ਨਹੀਂ ਹੁੰਦੀ ਸੀ। ਪਹਿਲਾਂ ਸਾਡਾ ਰਹਿਣ ਸਹਿਣ ਇਸ ਤਰ੍ਹਾਂ ਦਾ ਸੀ, ਖੁੱਲ੍ਹਾ, ਅਸੀਂ ਬਾਹਰ ਸੌਂਦੇ ਸੀ, ਕਮਰੇ ਦੇ ਅੰਦਰ ਅਸੀਂ ਨਹੀਂ ਸੌਂਦੇ ਸੀ। ਔਰ ਸਾਡੀ ਬੋਡੀ ਦੀ ਜਿਹੜੀ ਆਦਤ ਵੀ ਹੁੰਦੀ ਸੀ, ਦਿਨੇ ਆ ਤਾਂ ਦਿਨੇ ਵੀ ਖੁੱਲ੍ਹੀ ਹਵਾ, ਆਕਸੀਜਨ, ਰਾਤ ਨੂੰ ਤਾਂ ਅਸੀਂ ਜੋ ਆਸਮਾਨ ਦੇ ਅੰਦਰ, ਜੋ ਬ੍ਰਹਿਮੰਡ ਦੇ ਅੰਦਰ, ਜੋ ਵਾਯੂਮੰਡਲ 'ਚ ਨੇਚਰ ਨੇ ਰੱਖਿਆ ਹੁੰਦਾ ਸੀ, ਉਹ ਸਾਡੀ ਬੋਡੀ ਇਨਟੇਕ ਕਰਦੀ ਸੀ। ਸਾਡੀ ਬੋਡੀ ਦੀਆਂ ਅੱਜ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਪੈਸਿਵ ਨੇ। ਪੈਸਿਵ ਦਾ ਮਤਲਬ ਜਿਹੜੀਆਂ ਸਾਨੂੰ ਅੱਖਾਂ ਨਾਲ ਨਹੀਂ ਨਜ਼ਰ ਆਉਂਦੀਆਂ ਲੇਕਿਨ ਬੋਡੀ ਜੁੜੀ ਰਹਿੰਦੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਤੁਸੀਂ ਸਬਜ਼ੀ ਬਣਾਓ ਤਾਂ ਅਗਰ ਸਰਦੀਆਂ ਦੀ ਰੁੱਤ ਹੈ ਤਾਂ ਸਬਜ਼ੀ ਨੂੰ ਖੁੱਲ੍ਹਾ ਤੁਸੀਂ ਕਿਚਨ 'ਚ ਰੱਖ ਸਕਦੇ ਹੋ ਤਾਂ ਖਰਾਬ ਨਹੀਂ ਹੁੰਦੀ। ਪਰ ਸਰਦੀ ਤੋਂ ਜਦੋਂ ਜਿਵੇਂ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ, ਕਈ ਵਾਰੀ ਆਪਣੀ ਬੋਡੀ ਨੂੰ ਫੀਲ ਨਹੀਂ ਹੁੰਦਾ ਕਿ ਗਰਮੀ ਆ ਗਈ, ਲੇਕਿਨ ਟੈਂਪਰੇਚਰ 'ਚ ਬਦਲਾਵ ਹਲਕਾ ਜਿਹਾ ਆਉਂਦਾ ਹੈ ਤਾਂ ਤੁਹਾਨੂੰ ਬਣਾਇਆ ਹੋਇਆ ਜਿਹੜਾ ਪਕਵਾਨ ਹੈ ਉਹਦਾ ਟੇਸਟ ਬਦਲ ਜਾਂਦਾ ਹੈ। ਕਈ ਵਾਰੀ ਸਬਜ਼ੀ ਖਰਾਬ ਵੀ ਹੋ ਜਾਂਦੀ ਹੈ। ਅਤੇ ਇਹਦਾ ਮਤਲਬ ਹੈਗਾ ਕਿ ਉਹ ਆਬਜ਼ਰਵੇਸ਼ਨ ਹੈ ਜਿਹੜੀ ਬਹੁਤ ਹੀ ਬਰੀਕ ਹੈ, ਬੜੀ ਛੋਟੀ ਹੈ, ਲੇਕਿਨ ਬਹੁਤ ਵੱਡੇ ਲੈਵਲ 'ਤੇ ਉਹਨੂੰ ਇਹ ਚੀਜ਼ਾਂ ਲੈਂਦੀਆਂ ਨੇ। ਆਪਾਂ ਚੰਦਰਮਾ ਦੀ ਗੱਲ ਕਰ ਰਹੇ ਹੈਗੇ ਹਾਂ ਤਾਂ ਜਿਹੜਾ ਪੀਰੀਅਡ ਸਾਈਕਲ ਹੈ, ਜਿਹੜਾ ਮਹਾਮਾਰੀ ਦਾ ਸਾਈਕਲ ਹੈਗਾ ਔਰ ਚੰਦਰਮਾ ਦਾ ਪੂਰਾ ਨਿਕਲਣ ਵਾਲਾ ਜਿਹੜਾ ਸਾਈਕਲ ਹੈਗਾ, ਇਹ ਕਾਫੀ ਸਿਮਿਲਰ ਹੈ। ਦੂਸਰਾ ਕੀ ਹੈਗਾ ਕਿ ਉਹਦੀ ਜਿਹੜੀ ਲਾਈਟ ਹੈ, ਉਸ ਲਾਈਟ ਤੋਂ ਬਹੁਤ ਸਾਰੇ ਰਸ ਪ੍ਰਣਾਲੀ, ਜਿਹੜੀ ਖਾਸ ਕਰਕੇ ਸੈਕਸੁਅਲ ਡਿਸਆਰਡਰ, ਇਨਫਰਟੀਲਿਟੀ, ਅੰਦਰ ਅੰਡੇ ਦਾ ਮੈਚੋਰ ਨਾ ਹੋਣਾ, ਪੀਰੀਅਡਸ ਖੁੱਲ੍ਹ ਕੇ ਨਾ ਆਉਣਾ, ਅੰਦਰ ਫਾਈਬਰਡ ਵਗੈਰਾ ਬਣਨਾ। ਪਹਿਲਾਂ ਔਰਤਾਂ ਖੁੱਲ੍ਹੇ 'ਚ ਸੌਂਦੀਆਂ ਸੀ ਤਾਂ ਜਦੋਂ ਪੂਰੀ ਲਾਈਟ ਹੁੰਦੀ ਸੀ ਜਾਂ ਅੱਧੀ ਲਾਈਟ ਵੀ ਹੁੰਦੀ ਸੀ ਤਾਂ ਚੰਦਰਮਾ ਦੇ ਸਾਈਕਲ ਨਾਲ ਉਹ ਚੀਜ਼ਾਂ ਜੁੜੀਆਂ ਰਹਿੰਦੀਆਂ ਸੀ ਬਾਈ ਡਿਫਾਲਟ, ਭਾਵੇਂ ਸੌਣ ਵਾਲੇ ਨੂੰ ਨਹੀਂ ਪਤਾ ਸੀ ਕਿ ਮੈਂ ਕੀ ਕੁਝ ਲੈ ਰਿਹਾ। ਪਰ ਅੱਜ ਵੀ ਅਸੀਂ ਬੰਦ ਕਮਰੇ ਦੇ ਅੰਦਰ ਗਏ ਹੈਗੇ ਆ, ਤੁਸੀਂ ਦੇਖੋ ਫੀਮੇਲ ਦੇ ਅੰਦਰ ਹਾਰਮੋਨਲ ਡਿਸਆਰਡਰ ਤੁਹਾਨੂੰ ਹਰ ਫੀਮੇਲ 'ਚ ਮਿਲਣਗੇ, ਕਿਉਂਕਿ ਅਸੀਂ ਨੇਚਰ ਦੇ ਸਾਈਕਲ ਤੋਂ ਬੋਡੀ ਨੂੰ ਤੋੜ ਲਿਆ। ਤਾਂ ਚੰਦਰਮਾ ਦੀ ਜਿਹੜੀ ਰੌਸ਼ਨੀ ਹੈ, ਚੰਦਰਮਾ ਦੀ ਜਿਹੜੀ ਲਾਈਟ ਹੈ ਔਰ ਚੰਦਰਮਾ ਦਾ ਜਿਹੜਾ ਇੱਕ ਊਰਜਾ, ਐਨਰਜੀ ਹੈ, ਚੰਦਰਮਾ ਦੀ ਤਸੀਰ ਠੰਡੀ ਹੁੰਦੀ ਹੈ, ਠੀਕ ਹੈ। ਤਾਂ ਇਹ ਸਾਡੇ ਅੰਦਰ ਜਿਹੜੀਆਂ ਉਹ ਵਾਤ ਦੀਆਂ ਸਮੱਸਿਆਵਾਂ, ਪਿੱਤ ਦੀਆਂ ਸਮੱਸਿਆਵਾਂ ਔਰ ਸਾਡੇ ਅੰਦਰ ਜਿਹੜੀਆਂ ਹਾਈਪਰ ਹਾਰਮੋਨਸ ਐਕਟੀਵਿਟੀਜ਼ ਨੇ ਉਹਨੂੰ ਸ਼ਾਂਤ ਕਰਨ ਦੇ ਲਈ ਇਹਦੀ ਤਸੀਰ ਬਹੁਤ ਇੱਕ ਯੋग्य ਸਾਬਤ ਹੁੰਦੀ ਹੈ ਅਕੋਰਡਿੰਗ ਟੂ ਨੈਚੁਰਲ ਸਾਇੰਸ। ਡਾਕਟਰ ਸਾਹਿਬ, ਤੁਸੀਂ ਇਹ ਗੱਲ ਕੀਤੀ ਹੈ ਚੰਦਰਮਾ ਦੇ ਨਾਲ ਹਾਰਮੋਨਲ
ਬੈਲੈਂਸਿੰਗ ਦੀ। ਚੰਦਰਮਾ ਦੇ ਨਾਲ ਜਵਾਰ ਭਾਟਾ ਜਿਹੜਾ ਉਹ ਜੁੜਿਆ ਹੋਇਆ, ਜਵਾਰ ਭਾਟਾ ਚੰਦਰਮਾ ਦੇ ਕਰਕੇ ਆਉਂਦਾ ਹੈ ਅਤੇ ਇਹ ਇੱਕ ਸਾਇੰਟੀਫਿਕਲੀ ਪ੍ਰੂਵਨ ਚੀਜ਼ ਹੈਗੀ ਹੈ। ਅਤੇ ਚੰਦਰਮਾ ਦੀ ਜਿਹੜੀ ਗੁਰਤੱਤਵ ਜਿਹੜੀ ਸ਼ਕਤੀ ਹੈਗੀ ਆ, ਉਹ ਖਿੱਚ ਸ਼ਕਤੀ ਹੈਗੀ ਆ, ਉਹ ਪਾਣੀ ਨੂੰ ਖਿੱਚਦੀ ਹੈ ਅਤੇ ਉਹਦੇ ਕਰਕੇ ਜਵਾਰ ਭਾਟਾ ਆਉਂਦਾ। ਇਹੀ ਕਾਰਨ ਜਿਹੜਾ ਇਹਦਾ ਇਨਸਾਨਾਂ ਦੇ ਉੱਤੇ ਵੀ ਗੁਰਤੱਤਵ ਸ਼ਕਤੀ ਜਿਹੜੀ ਆ ਉਹ ਉਹੀ ਅਸਰ ਪਾ ਰਹੀ ਹੈ ਇਹਦੇ। ਬਿਲਕੁਲ ਜੀ ਬਿਲਕੁਲ। ਔਰ ਜਵਾਰ ਭਾਟੇ ਵਾਲੀ ਵੀ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ। ਈਵਨ ਜਦੋਂ ਪੂਰਾ ਚੰਦਰਮਾ ਨਿਕਲਦਾ ਉਸ ਦਿਨ ਔਰ ਮੱਸਿਆ ਵਾਲੇ ਦਿਨ ਜਦੋਂ ਪੂਰਾ ਛਿਪਦਾ ਹੈਗਾ, ਤੁਸੀਂ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਬਹੁਤ ਵੱਡਾ ਬਦਲਾਅ ਦੇਖੋਗੇ। ਠੀਕ ਹੈ, ਤਾਂ ਅਗਰ ਉਹ ਸਮੁੰਦਰ ਦੇ ਪਾਣੀ ਦੇ ਅੰਦਰ ਇੰਨੀ ਊਰਜਾ ਬਦਲਾਅ ਕਰ ਸਕਦਾ ਹੈ ਤਾਂ ਇੱਥੋਂ ਸਾਨੂੰ ਇੱਕ ਸਮਝ ਲੈਣਾ ਚਾਹੀਦਾ ਕਿ ਹਿਊਮਨ ਬਾਡੀ 'ਤੇ ਵੀ ਚੰਦਰਮਾ ਦਾ ਬਹੁਤ ਵੱਡਾ ਰੋਲ ਹੈ। ਔਰ ਇਹ ਸੱਚ ਹੈ। ਜਿੰਨੇ ਵੀ ਡਿਪਰੈਸ਼ਨ ਦੇ ਪੇਸ਼ੈਂਟ ਨੇ, ਜਿੰਨੇ ਵੀ ਹਾਰਮੋਨਲ ਇੰਬੈਲੈਂਸਿੰਗ ਦੇ ਪੇਸ਼ੈਂਟ ਨੇ, ਜਿਨ੍ਹਾਂ ਦੀ ਵੀ ਮੈਮਰੀ ਲਾਸ ਹੈ, ਜਿਨ੍ਹਾਂ ਨੂੰ ਵੀ OCD ਦੀ ਸਮੱਸਿਆ, ਮੈਂ ਇਹ ਕਹੂੰਗਾ ਅਗਰ ਉਹ ਓਪਨ 'ਚ ਸੌਂਦੇ ਨੇ, ਚੰਦਰਮਾ ਦੀ ਲਾਈਟ ਦੇ ਥੱਲੇ ਸੌਂਦੇ ਨੇ, ਤਾਂ ਉਹਨਾਂ ਦੀ ਫਿਜ਼ੀਕਲੀ ਇੱਕ ਦੇ ਅੰਦਰ ਜਿਹੜੇ ਡਿਸਆਰਡਰ ਬਣ ਚੁੱਕੇ ਨੇ ਉਹਨਾਂ ਦੇ ਵਿੱਚ ਇੱਕ ਹੈਲਦੀ ਬਦਲਾਅ ਤੁਸੀਂ ਦੇਖ ਸਕਦੇ ਹੋ। ਅੱਛਾ, ਇੱਕ ਚੀਜ਼ ਤੁਸੀਂ ਦੱਸੀ ਹੈ ਕਿ ਜਿਸ ਤਰੀਕੇ ਦੇ ਨਾਲ ਫੀਮੇਲਸ ਨੂੰ ਇਹ ਪ੍ਰੋਬਲਮ ਜਿਹੜੀਆਂ ਨੇ ਉਹਦਾ ਜਿਹੜਾ ਡਿਸਆਰਡਰ ਹੋ ਜਾਂਦਾ, ਜਿਹੜਾ ਮੈਂਸਟਰਲ ਜਿਹੜਾ ਸਿਸਟਮ ਹੈਗਾ, ਪੀਰੀਅਡਸ ਦਾ ਸਾਈਕਲ ਹੈਗਾ, ਉਹ ਡਿਸਆਰਡਰ ਹੋ ਜਾਂਦਾ। ਅਤੇ ਇਹ ਹਾਰਮੋਨਸ ਤਾਂ ਜਿਹੜੇ ਨੇ ਉਹ ਮੇਲ 'ਚ ਵੀ ਹੈਗੇ ਨੇ, ਤਾਂ ਕੀ ਇਹਦਾ ਮੇਲ ਦੇ ਉੱਤੇ ਵੀ ਅਸਰ ਪੈਂਦਾ ਕੋਈ? ਬਿਲਕੁਲ। ਤੁਹਾਡਾ ਸੁਭਾਅ ਸ਼ਾਂਤ ਰਹਿੰਦਾ, ਗੁੱਸਾ ਘੱਟ ਆਏਗਾ, ਆਕਸੀਜਨ ਬਾਹਰ ਓਪਨ ਸੌਂਗੇ ਤਾਂ ਆਕਸੀਜਨ ਲੈਵਲ ਤਾਂ ਤੁਹਾਡਾ ਵੱਧ ਰਹੇਗਾ, ਲੇਕਿਨ ਕਿਉਂਕਿ ਮੇਲ ਦੇ ਵਿੱਚ ਹੀ ਬਹੁਤ ਸਾਰੇ ਹਾਰਮੋਨਸ ਪ੍ਰੋਡਿਊਸ ਹੁੰਦੇ ਨੇ। ਠੀਕ ਹੈ, ਤੁਹਾਡੀ ਇਨਫਰਟੀਲਿਟੀ ਲੈਵਲ ਜਿਹੜਾ ਹੈਗਾ ਉਹ ਘਟੇਗਾ। ਠੀਕ ਹੈ, ਤੁਹਾਡੇ ਅੰਦਰ ਇੱਕ ਮਰਦਾਨਾ ਸ਼ਕਤੀ ਵਧਾਉਂਦਾ ਹੈ ਚੰਦਰਮਾ, ਫੀਮੇਲ ਦੇ ਵਿੱਚ ਵੀ ਇਹ ਸ਼ਕਤੀ ਵਧਾਉਂਦਾ ਹੈ। ਠੀਕ ਹੈ, ਔਰ ਤੁਹਾਡਾ ਸੁਭਾਅ ਬੜਾ ਸ਼ਾਂਤ ਰੱਖਦਾ, ਤੁਹਾਡੇ ਲੀਵਰ ਨੂੰ ਬਹੁਤ ਸ਼ਾਂਤ ਰੱਖਦਾ। ਠੀਕ ਹੈ, ਲੀਵਰ ਦੀਆਂ ਹਾਈਪਰ ਐਕਟੀਵਿਟੀਜ਼, ਜਿਵੇਂ ਲੀਵਰ ਦੇ ਵਿੱਚ ਗਰਮੀ ਆਉਣਾ, ਫੈਟੀ ਹੋਣਾ, ਉੱਥੇ ਬਹੁਤ ਅੱਛੇ ਰਿਜ਼ਲਟ ਨੇ। ਸਾਡੀ ਬਾਡੀ ਬਹੁਤ ਕੁਛ ਲੈਂਦੀ ਹੈ ਇਹਨਾਂ ਤੋਂ। ਫਰਕ ਹੈ ਕਿ ਸਾਨੂੰ ਇਹ ਪਤਾ ਲੱਗ ਰਿਹਾ ਕਿ ਅਸੀਂ ਜਿਹੜੀ ਰੋਟੀ ਖਾਧੀ ਉਹੀ એનર્ਜੀ ਨੂੰ, ਅਗਰ ਹਵਾ ਖਾਂਦੇ ਨੂੰ ਤੁਸੀਂ ਕਦੀ ਬਾਡੀ ਦੇਖਦੇ ਵੀ ਹਵਾ ਖਾ ਰਹੀ ਹੈ। ਠੀਕ ਹੈ, ਉਵੇਂ ਸੂਰਜ ਦੀ ਲਾਈਟ ਨੂੰ ਸਾਡੀਆਂ ਹੱਡੀਆਂ ਖਾ ਰਹੀਆਂ ਨੇ, ਲੈ ਰਹੀਆਂ ਨੇ, ਉਹ ਵੀ ਨਹੀਂ ਦਿਖਦਾ, ਉਹ ਵੀ ਪੈਸਿਵ ਵਰਕ ਨੇ। ਤਾਂ ਉਵੇਂ ਹੀ ਚੰਦਰਮਾ ਦੇ ਵੀ ਦੀ ਊਰਜਾ ਇੱਕ ਪੈਸਿਵ ਰੂਪ ਦੇ ਵਿੱਚ ਆਉਂਦੀ ਹੈ। ਤਾਂ ਜਿਹਨੂੰ ਬਾਡੀ ਨੂੰ ਪਤਾ ਹੁੰਦਾ ਕਿ ਮੈਂ ਲੈ ਰਹੀ ਹਾਂ, ਬਦਲਾਅ ਜਿਹੜੇ ਹੈਗੇ ਤੁਸੀਂ 3-4 ਹਫ਼ਤੇ ਸੌਂਵੋ, ਤੁਹਾਨੂੰ ਆਪਣੇ ਆਪ ਬਾਡੀ ਨੇ ਦੱਸ ਦੇਣਾ। ਅੱਛਾ, ਆਯੁਰਵੇਦ ਜਿਹੜਾ 3 ਸਿਧਾਂਤਾਂ ਦੇ ਉੱਤੇ ਟਿਕਿਆ ਹੋਇਆ, ਵਾਤ, ਪਿੱਤ ਅਤੇ ਕਫ। ਪਿੱਤ ਮਤਲਬ ਗਰਮੀ, ਅਤੇ ਚੰਦਰਮਾ ਦਾ ਜੇਕਰ ਆਪਾਂ ਇਹਦਾ ਤਰਜਮਾ ਜਾ ਕੇ ਐਸਟ੍ਰੋਲੋਜੀ 'ਚ ਕਰੀਏ, ਪਲੈਨੇਟਰੀ ਪੋਜੀਸ਼ਨ ਦੇ ਵਿੱਚ ਜਾ ਕੇ ਕਰੀਏ ਇਹਦੇ ਵਿੱਚ, ਤਾਂ ਉਹ ਪਲੈਨੇਟਰੀ ਪੋਜੀਸ਼ਨ ਦੇ ਵਿੱਚ ਇਸ ਦਾ ਚੰਦਰਮਾ ਦਾ ਸੁਭਾਅ ਸ਼ੀਤ ਮੰਨਿਆ ਜਾਂਦਾ, ਸ਼ੀਤਲ ਮੰਨਿਆ ਜਾਂਦਾ, ਠੰਡਾ ਮੰਨਿਆ ਜਾਂਦਾ। ਅਤੇ ਜਿਨ੍ਹਾਂ ਨੂੰ ਜਿਹੜੇ ਪਿੱਤ ਪ੍ਰਕਿਰਤੀ ਦੇ ਲੋਕ ਨੇ, ਉਹਨਾਂ ਦੇ ਨਾਲ ਜਿਹੜਾ ਇਹਦਾ ਕਾਫੀ ਨੇੜੇ ਦਾ ਸੰਬੰਧ। ਬਿਲਕੁਲ, ਤਾਂ ਹੀ ਮੈਂ ਕਿਹਾ ਕਿ ਲੀਵਰ ਨੂੰ ਬਹੁਤ ਸ਼ਾਂਤ ਰੱਖੇਗਾ। ਠੀਕ ਹੈ, ਔਰ ਜਿਹੜੀ ਵਾਤ ਦੇ ਡਿਸਆਰਡਰ ਨੇ, ਜੋੜਾ ਦਰਦਾਂ ਦੀ ਸਮੱਸਿਆ, ਈਵਨ ਚਮੜੀ ਦੇ ਰੋਗ, ਈਵਨ ਤੁਹਾਡੀ ਹਾਈਪਰਟੈਂਸ਼ਨ, BP ਦਾ, ਗਠੀਆ, RA ਫੈਕਟਰ ਵਾਲਿਆਂ ਨੂੰ ਵੀ। ਸੋ ਉੱਥੋਂ ਤੁਹਾਨੂੰ ਤੁਹਾਡੀ ਹੀਲਿੰਗ ਜਿਹੜੀ ਤਾਕਤ ਹੈ ਸਾਡੀ ਬਾਡੀ ਦੀ, ਪਾਵਰ ਹੈ ਜਿਹਨੂੰ ਕਹਿ ਦਿੰਦੇ ਆਪਾਂ, ਉਹ ਕਾਫੀ ਵੱਧਦੀ ਹੈ ਅਗਰ ਅਸੀਂ ਚੰਦਰਮਾ ਦੀ ਰੌਸ਼ਨੀ ਦੇ ਵਿੱਚ ਵਾਕ ਕਰਦੇ ਹਾਂ। ਹੁਣ ਖਾਸ ਕਰ ਫੀਮੇਲ ਵਾਸਤੇ ਬਹੁਤ ਜ਼ਰੂਰੀ ਹੈ। ਜਿਹੜੀਆਂ ਫੀਮੇਲਸ ਨੂੰ ਹਾਰਮੋਨਲ ਡਿਸਆਰਡਰ ਨੇ, यूट्रस के अंदर बदलाव आ रहे हैं, ईवन फाइब्रोइड सिस्ट बनी हुई है, जब पीरियड्स खुल के नहीं आ रहे, जब ब्लीडिंग बहुत ज़्यादा नहीं हो रही, ईवन एग मैच्योर नहीं हो रहा। मैं इन्हां चीज़ों को ये नहीं कह रहा कि तुसी वो तुहाडा रोग ठीक कर देगा, अगर वो हो जाता है तो तुहाडे लई बोनस है, पर मैं ये कह रहा कि तुहाडी उस रोग की हीलिंग पावर वध जाती है। ठीक है, तुसी इस जिन्हां नूं इस तरह डिसऑर्डर है, वो मेल होण चाहे फीमेल होण, खाना खाण तो बाद, डिनर तो बाद 20 ਤੋਂ 25 मिनट तुसी चंद्रमा की लाइट के थले वॉक करो। जे सौ सकते, जिवें हुण गर्मियां दा दिन है तो असीं जे सौ सकते हैं तो तुसीं सौण दा प्रबंध भी आपदा करो। ठीक है, और बदलाव तुहानूं बहुत अच्छे मिलणगे। और एक चीज़ मैं तुहानूं होर दसदा, जो तुसीं चंद्रमा की रात नूं आसमान के थले चंद्रमा की रात विच सौंदे हो, तुहाडा मैमरी पावर है जिहड़ी वो इनहांस हुंदी, वधदी है जी, सुभाਅ शांत हुंदा है। ठीक है, और लीवर की गर्मी, जिन्हां नूं पीलिया रहिंदा, नॉर्मल पीलिया जिहड़ा, ਉਹ अगर चंद्रमा की रोशनी थले सौंदे हैं तो लीवर की गर्मी जिहड़ी हैगी वो काफ़ी घटदी है और यूरिन राही जल्दी रिलीज़ हो जाती है। बाकी जो मैडिकेशन प्रोसैस है तुसीं करदे हो, तुसीं करना भी है, खाण पीण दे विच भी तुसीं बदलाव लैके आउणा, पर ये वो चीज़ां ने जिन्हां नूं असीं इन्हां लई कोई पैसा नहीं लगना,
ਸਾਰਾ ਢਾਂਚਾ ਤੁਹਾਡੇ ਕੋਲ, ਘਰ ਤੁਹਾਡੇ ਕੋਲ, ਛੱਤ, ਘਰ ਦੀ ਛੱਤ ਤੁਹਾਡੇ ਕੋਲ, ਜਸਟ ਅਸੀਂ ਇਹਨੂੰ ਫੋਲੋ ਕਰਨਾ ਹੈ। ਔਰ ਇੱਕ ਜ਼ਰੂਰੀ ਨਹੀਂ ਕਿ ਅਗਰ ਉਹ ਚੀਜ਼ ਰੋਗ ਠੀਕ ਕਰ ਸਕਦੀ ਹੋਏਗੀ ਤਾਂ ਅਗਰ ਮੈਂ ਬੋਲੂँਗਾ ਕੈਮਰੇ 'ਤੇ ਤਾਂ ਹੀ ਕਰੇਗੀ, ਨੋ, ਠੀਕ ਹੈ। ਮੈਂ ਨਹੀਂ ਕਹਿ ਰਿਹਾ ਕਿ ਰੋਗ ਸਾਰਾ ਠੀਕ ਕਰੇਗੀ, ਪਰ ਕਿਉਂਕਿ ਇਸ ਊਰਜਾ ਤੋਂ ਅਸੀਂ ਟੁੱਟੇ ਹੋਏ ਆ। ਮੈਂ ਕਹਾਂ ਤਾਂ ਅਸੀਂ ਵੀ ਇਹਨੂੰ ਕੋਈ ਪ੍ਰੋਪਰ ਫੋਲੋ ਨਹੀਂ ਕੀਤਾ ਹੋਇਆ, ਲੇਕਿਨ ਜਦੋਂ ਦਿਨ ਇਹਦੇ ਬਾਰੇ ਪੜ੍ਹਿਆ ਤਾਂ ਉਹਦੇ ਅਸੀਂ ਇਹਦੀ ਜਿਹੜੀ ਚਾਨਣੀ ਰਾਤ ਆ ਜਿਹੜੀ, ਉਹਨੂੰ ਕਾਫੀ ਵਾਰੀ ਐਕਸਪੀਰੀਅੰਸ ਕੀਤਾ ਹੈ ਔਰ ਉਹਦੇ ਫਾਇਦੇ ਬਹੁਤ ਅੱਛੇ ਮਿਲੇ ਨੇ ਬਾਡੀ ਦੇ ਵਿੱਚ। ਤਾਂ ਜੋ ਇਹਦੀ ਨੈਚੁਰਲ ਹੈਲਥ ਸਾਇੰਸਿਸ ਦੇ ਅੰਦਰ ਨੇਚਰਪੈਥੀ ਦੀਆਂ ਬੁੱਕਸ ਦੇ ਵਿੱਚ ਇਹਨੂੰ ਐਡ ਆਨ ਕੀਤਾ ਹੋਇਆ, ਦੱਸਿਆ ਹੋਇਆ, ਉਹਦੇ ਮੁਤਾਬਕ ਇਹ ਹੈਗਾ ਕਿ ਜੇ ਤੁਸੀਂ ਇਹਨੂੰ 3 ਹਫ਼ਤੇ 4 ਹਫ਼ਤੇ ਫੋਲੋ ਕਰਦੇ ਹੋ ਤਾਂ ਤੁਹਾਨੂੰ ਬਦਲਾਵ ਜ਼ਰੂਰ ਦਿਖਦੇ ਨੇ। ਹੀਲ ਪੂਰੀ ਕਰ ਜਾਵੇ ਤਾਂ ਉਹ ਤੁਹਾਡੇ ਲਈ ਬੋਨਸ ਆ। ਤੁਸੀਂ ਇੱਕ ਗੱਲ ਕੀਤੀ, ਜ਼ਿਕਰ ਕੀਤਾ ਇਹਦੇ ਵਿੱਚ ਕਿ ਜਿਹੜਾ ਚੰਦਰਮਾ ਦੇ ਲਾਈਟ ਦੇ ਵਿੱਚ ਸੌਣ ਦੇ ਨਾਲ ਜਿਹੜੀਆਂ ਸਾਡੀਆਂ ਉਹ ਪਾਵਰਸ ਵਧਣਗੀਆਂ, ਯਾਦਾਸ਼ਤ ਸ਼ਕਤੀ ਸਾਡੀ ਵੱਧ ਜਾਏਗੀ। ਅਲਜ਼ਾਈਮਰ ਤੇ ਡਿਮੈਂਸ਼ੀਆ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨੂੰ ਸੋਲਵ ਹੋ ਜਾਏਗੀ? ਨਹੀਂ, ਸੋਲਵ ਹੋ ਜਾਏਗੀ ਸ਼ਬਦ ਤਾਂ ਨਹੀਂ ਮੈਂ ਬੋਲ ਪਾਊਂਗਾ। ਜਿਹੜੇ ਉਸ ਦਾ ਇਲਾਜ ਨੈਚੁਰੋਪੈਥੀ ਦੇ ਨਾਲ ਕਰ ਰਹੇ ਨੇ ਤੇ ਉਹਨਾਂ ਨਾਲ ਇਹ ਵੀ ਰੈਮੇਡੀ ਯੂਜ਼ ਕਰਨ, ਯੈਸ, ਹੀਲਿੰਗ ਪਾਵਰ ਜ਼ਰੂਰ ਵੱਧ ਜਾਏਗੀ। ਤਾਂ ਉਹਨਾਂ ਨੂੰ ਜੋ ਵੀ ਚੀਜ਼ਾਂ ਉਹ ਮੈਡੀਕੇਸ਼ਨ ਨਾਲ ਐਡ ਕੀਤੀਆਂ ਨੇ ਜਾਂ ਥੈਰੇਪੀਜ਼ ਦੇ ਰਹੇ ਨੇ, ਉਹਨਾਂ ਚੀਜ਼ਾਂ ਦਾ ਅਸਰ ਬਾਡੀ 'ਤੇ ਵੱਧ ਜਾਏਗਾ। ਕਿਉਂਕਿ ਊਰਜਾ ਹੈ, ਦੇਖੋ ਇਹ ਊਰਜਾ ਜਿਵੇਂ ਸੂਰਜ ਦੀ, ਆਪਾਂ ਅਰਲੀ ਸੁਬਾਹ ਉੱਠ ਜਾਈਏ 4 ਵਜੇ ਤਾਂ ਤੁਹਾਨੂੰ ਇੱਕ ਵੱਖਰੀ ਊਰਜਾ ਮਿਲਦੀ ਹੈ, ਠੀਕ ਹੈ। ਅਗਰ ਆਪਾਂ 10 ਵਜੇ ਉੱਠ ਗਏ ਤਾਂ ਤੁਹਾਡੀ ਵੱਖਰੀ ਊਰਜਾ ਖਤਮ ਹੋਈ ਹੁੰਦੀ ਹੈ। ਤਾਂ ਇਹ ਇੱਕ ਅਹਿਸਾਸ ਤੇ ਫੀਲਿੰਗ ਹੈ। ਹਾਂ, ਲਗਾਤਾਰ ਇਹਨੂੰ ਕਰਦੇ ਰਹਿਣ ਨਾਲ, ਕੰਸਿਸਟੈਂਟਲੀ ਇਹਨੂੰ ਕਰਨ ਨਾਲ ਤੁਸੀਂ ਇੱਕ ਬਹੁਤ ਅੱਛੇ ਬਦਲਾਅ ਵੱਲ ਜ਼ਰੂਰ ਆ ਜਾਂਦੇ ਹੋ। ਇਹਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਠੀਕ ਹੈ। ਤੁਹਾਡੀ ਇੱਕ ਹੈਲਦੀ ਬਾਡੀ ਹੈ, ਤੁਸੀਂ ਇਸ ਸ਼ਡਿਊਲ 'ਚ ਆਪਣੇ ਜੀਵਨ ਨੂੰ ਅਗਰ ਢਾਲ ਲੈਂਦੇ ਹੋ ਤਾਂ ਉਹ ਬਾਡੀ ਦਾ ਹੈਲਦੀ ਰਹਿਣ ਦਾ ਜਿਹੜਾ ਪ੍ਰੋਸੀਜਰ ਹੈ ਤੇ ਟਾਈਮ ਡਿਊਰੇਸ਼ਨ ਹੈ ਉਹ ਵੱਧ ਜਾਂਦੀ ਹੈ, ਠੀਕ ਹੈ। ਤੁਸੀਂ ਲੰਬਾ ਟਾਈਮ ਤੱਕ ਹੈਲਦੀ ਰਹਿ ਸਕਦੇ ਹੋ, ਤੁਹਾਡੀ ਇਮਿਊਨਿਟੀ ਲੰਬਾ ਟਾਈਮ ਤੱਕ ਤੁਹਾਡਾ ਸਾਥ ਦਿੰਦੀ ਹੈਗੀ ਆ। ਤੁਹਾਡੇ ਅੰਦਰ ਆ ਰਹੇ ਰੋਗ, ਆ ਰਹੇ ਬੈਕਟੀਰੀਆ, ਵਾਇਰਸਿਸ ਨਾਲ ਲੜਨ ਦੀ ਤਾਕਤ ਤੁਹਾਡੀ ਬਾਡੀ ਦੀ ਲੰਬਾ ਟਾਈਮ ਤੱਕ ਰਹਿੰਦੀ ਹੈ, ਕਿਉਂਕਿ ਤੁਸੀਂ ਨੇਚਰ ਨਾਲ ਜੁੜੇ, ਨੇਚਰ ਤੋਂ ਊਰਜਾ ਲੈ ਰਹੇ ਹੋ, ਐਨਰਜੀ ਲੈ ਰਹੇ ਹੋ। ਸੋ ਇੱਕ ਜਿਹੜੀ ਚੀਜ਼ ਅਸੀਂ ਵਾਰ-ਵਾਰ ਕਹਿੰਦੇ ਹਾਂ ਵੀਡੀਓ 'ਚ ਵੀ, ਸੈਮੀਨਾਰਸ ਦੀ ਕਲਾਸਿਸ ਦੇ ਵਿੱਚ ਵੀ, ਕਿ ਸਾਡੀ ਬਾਡੀ ਨੇਚਰ ਨੇ ਬਣਾਈ ਹੈ ਬਸ, ਤੇ ਇਹਨੂੰ ਹੈਲਦੀ ਰੱਖਣ ਲਈ ਨੇਚਰ ਦੀ ਸਪੋਰਟ, ਸਾਥ ਤੇ ਪ੍ਰਿੰਸੀਪਲ ਸਾਨੂੰ ਫੋਲੋ ਕਰਨੇ। ਤੁਹਾਡਾ ਜੇ ਸ਼ੌਂਕ ਨਹੀਂ ਹੈ ਤਾਂ ਮਜਬੂਰੀ ਹੈ ਬਸ। ਇਹ ਕਿਸੇ ਦੁਨਿਆਵੀ ਸਾਇੰਟਿਸਟ ਨੇ ਨਹੀਂ ਬਣਾਈ। ਇਸ ਕਰਕੇ ਜਿੰਨੇ ਮਰਜ਼ੀ ਦੁਨਿਆਵੀ ਡਾਕਟਰ, ਸਾਇੰਟਿਸਟ ਕੋ ਘੁੰਮ ਲਈਏ, ਤੰਦਰੁਸਤੀ ਨਹੀਂ ਆਉਣ ਵਾਲੀ। ਤੰਦਰੁਸਤੀ ਆਏਗੀ ਇਹ ਜਿੱਥੋਂ ਬਣੀ ਆ ਤੇ ਉਸ ਨੇਚਰ ਤੋਂ ਬਣੀ ਆ ਤੇ ਉਹਦੇ ਨਾਲ ਟੁੱਟ ਕੇ ਹੀ ਬਿਮਾਰ ਹੋਈ ਹੈ। ਉਹਦੇ ਨਾਲ ਜੋੜਨ ਦੀ ਨੌਲੇਜ ਤੇ ਗਿਆਨ ਵਾਧਾ ਕਰ ਲਓ ਤੇ ਆਪਣੇ ਐਫਰਟਸ ਐਡ ਕਰੋ, ਠੀਕ ਹੈ। ਵਾਰ-ਵਾਰ ਅਸੀਂ ਕਹਿੰਦੇ ਕਿ ਆਪਣੇ ਐਫਰਟਸ ਐਡ ਕਰੋ ਤਾਂ ਫਿਰ ਜਾ ਕੇ ਅਸੀਂ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਵਾਪਸ ਲਿਆ ਸਕਦੇ ਹਾਂ। ਅਦਰਵਾਈਜ਼ ਐਕਸਪੈਰੀਮੈਂਟ ਹੈ, ਕੋਈ ਕਿਤੇ ਜਾ ਕੇ ਕਰਵਾਈ ਜਾ ਰਿਹਾ ਆਪਣੀ ਬਾਡੀ 'ਤੇ, ਕੋਈ ਕਿਤੇ ਜਾ ਕੇ ਕਰਵਾਈ ਜਾ ਰਿਹਾ। ਇੱਕ ਚੀਜ਼ ਮੈਂ ਬਹੁਤ ਵਾਰੀ ਪੜ੍ਹੀ ਹੈ ਡਾਕਟਰ ਸਾਹਿਬ, ਆਯੁਰਵੇਦ ਦੇ ਵਿੱਚ ਮੈਂ ਕਈ ਕਿਤਾਬਾਂ ਪੜ੍ਹੀਆਂ ਨੇ ਆਯੁਰਵੇਦ ਦੀਆਂ ਵੀ, ਉਹਦੇ ਵਿੱਚ ਬਹੁਤ ਵਾਰ ਜ਼ਿਕਰ ਆਉਂਦਾ ਕਿ ਆਹ ਦਵਾਈ ਨੂੰ ਇੱਦਾਂ ਬਣਾ ਕੇ ਤੇ ਚੰਦਰਮਾ ਦੀ ਰਾਤ ਨੂੰ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਰੱਖ ਦਿੱਤਾ ਜਾਵੇ ਤੇ ਉਨੇ ਦਿਨ ਬਾਅਦ ਜਿਹੜਾ ਉਹਨੂੰ ਯੂਜ਼ ਕੀਤਾ ਜਾਵੇ ਤੇ ਇਹਦੀ ਪਾਵਰ ਵੱਧ ਜਾਂਦੀ ਹੈ। ਕੀ ਇਹ ਸੱਚ ਹੈ? ਦਵਾਈ ਦਾ ਵੀ ਤੁਸੀਂ ਗੱਲ ਕਹੀ ਹੈ, ਮੈਂ ਇਹਦੇ ਨਾਲ ਹੋਰ ਇੱਕ ਐਡੀਸ਼ਨ ਕਰੂੰਗਾ। ਅਗਰ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਪਾਣੀ ਭਰ ਕੇ ਚੰਦਰਮਾ ਦੀ ਲਾਈਟ ਦੇ ਵਿੱਚ ਰੱਖ ਦਿੰਦੇ ਹੋ, ਕਿਉਂਕਿ ਤੁਹਾਡੀ ਗੱਲ ਤੋਂ ਇੱਕ ਲਿੰਕ, ਇੱਕ ਰੈਫਰੈਂਸ ਯਾਦ ਆ ਗਿਆ ਮੈਨੂੰ ਜੋ ਆਪਣੀ ਵੀਡੀਓ ਨਾਲ ਕੰਸਰਨ ਕਰਦਾ ਕਿ ਅਗਰ ਉਹ ਤੁਸੀਂ ਜਿਨ੍ਹਾਂ ਨੂੰ ਵੀ ਹਾਰਮੋਨਲ ਪ੍ਰੋਬਲਮਸ ਨੇ, ਯੂਟਰਸ ਨਾਲ ਰਿਲੇਟਡ ਪ੍ਰੋਬਲਮਸ ਨੇ, ਔਰ ਜਿਨ੍ਹਾਂ ਵੀ ਰਸ ਪ੍ਰਣਾਲੀ ਦੇ ਵਿੱਚ ਜਿਨ੍ਹਾਂ ਦੇ ਬਦਲਾਅ ਆ, ਈਵਨ ਥਾਇਰਾਇਡ ਦੇ ਪੇਸ਼ੈਂਟ ਵੀ, ਅਗਰ ਚੰਦਰਮਾ ਦੀ ਲਾਈਟ ਦੇ ਵਿੱਚ ਰਾਤ ਨੂੰ ਕੱਚ ਦੀ ਬੋਤਲ 'ਚ ਪਾਣੀ ਭਰ ਕੇ ਰੱਖਦੇ ਹੋ, ਸੁਬਾਹ ਪੀਂਦੇ ਹੋ, ਤਾਂ ਤੁਹਾਡੀਆਂ ਉਹ ਸਮੱਸਿਆਵਾਂ ਨੂੰ ਹੀਲ ਕਰਨ ਦੇ ਵਿੱਚ ਬਾਡੀ ਨੂੰ ਇੱਕ ਦਵਾਈ ਦੇ ਰੂਪ 'ਚ ਪਾਣੀ ਕੰਮ ਕਰਦਾ ਹੈ। ਜਿਹੜਾ ਪਾਣੀ ਹੈ ਉਹ ਦਵਾਈ ਬਣ ਜਾਂਦਾ, ਦਵਾਈ ਬਣ ਜਾਂਦਾ, ਨੇਚਰ ਵੱਲੋਂ ਇੱਕ ਦਵਾਈ ਬਣ ਜਾਂਦਾ। ਉਹਨੂੰ ਫਿਰ ਤੁਸੀਂ ਉਸ ਪਾਣੀ ਨੂੰ ਪੀਂਦੇ ਹੋ ਸੁਬਾਹ, ਉਹ ਔਰ ਬਹੁਤ ਅੱਛਾ ਵਰਕ ਕਰਦਾ ਹੈਗਾ। ਹੁਣ ਇਹ ਚੰਦਰਮਾ ਦੀ ਰੋਸ਼ਨੀ ਵਿੱਚ ਸੌਣ ਦਾ ਕੋਈ ਨਿਯਮ ਵੀ ਹੈਗਾ? ਕਿੱਦਾਂ ਮਤਲਬ ਉਹਨੂੰ ਮੰਜੇ 'ਤੇ ਸੌਣਾ, ਕੀ ਉਹ ਵੀ ਨਿਯਮ ਕੋਈ ਹੈਗੇ? ਦੇਖੋ, ਵੈਸੇ ਤਾਂ ਨਿਯਮ ਹੁੰਦਾ ਕਿ ਮੰਜੇ 'ਤੇ ਸੌਵੋ, ਗਰਮੀਆਂ 'ਚ ਮੱਛਰਦਾਨੀ ਲਗਾਓ, ਪਰ ਸਾਰਿਆਂ ਘਰੇ ਮੰਜਾ ਵੀ ਨਹੀਂ ਹੈ। ਤਾਂ ਮੈਂ ਕਹੂੰਗਾ ਸਾਰੇ ਰੂਲ ਨਹੀਂ ਵੀ ਜੇ ਫੋਲੋ ਹੁੰਦੇ ਤਾਂ ਕਮ ਸੇ ਕਮ ਇਹ ਚੰਦਰਮਾ ਦੇ ਥੱਲੇ ਆ ਜਾਈਏ, ਓਪਨਲੀ ਵਾਯੂਮੰਡਲ ਦੇ ਥੱਲੇ ਆ ਜਾਈਏ ਸੌਣ ਲਈ। ਚਾਹੇ ਤੁਹਾਡੇ ਘਰੇ ਤੁਸੀਂ
ਛੱਤ ਦੇ ਉੱਪਰ ਇੱਕ ਗੱਦਾ ਰੱਖ ਕੇ ਵੀ ਸੌਂ ਸਕਦੇ ਹੋ, ਔਰ ਤੁਸੀਂ ਇੱਕ ਜਿਹੜਾ ਫੋਲਡਿੰਗ ਮੰਜਾ ਹੁੰਦਾ ਉਹਦੇ 'ਤੇ ਵੀ ਸੌਂ ਸਕਦੇ ਹੋ। ਠੀਕ ਹੈ, ਅਗਰ ਤੁਹਾਡੇ ਘਰੇ ਵਾਣ ਵਾਲਾ ਔਰ ਪੈਂਦ ਵਾਲਾ ਮੰਜਾ ਹੈ ਉਹ ਤਾਂ ਫਿਰ ਸੋਨੇ ਦੇ ਸੁਹਾਗਾ ਹੈਗਾ। ਠੀਕ ਹੈ, ਲੇਕਿਨ ਮਿਨੀਮਮ ਤੋਂ ਮਿਨੀਮਮ ਜਿੰਨਾ ਵੀ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਕਿਸੇ ਤਰੀਕੇ ਫੋਲੋ ਕਰੋ। ਮਕਸਦ ਸਾਡਾ ਹੈਗਾ ਕਿ ਸਾਨੂੰ ਅਹਿਸਾਸ ਹੋ ਸਕੇ ਵੀ ਵਾਕਈ ਇਹਨਾਂ ਚੀਜ਼ਾਂ ਦੇ ਨਾਲ ਜੁੜਨ ਨਾਲ ਸਾਡਾ ਜੀਵਨ ਸੁਖੀ ਹੁੰਦਾ ਹੈ ਤੇ ਟੁੱਟਣ ਨਾਲ ਅਸੀਂ ਦੁਖੀ ਹੁੰਦੇ ਹਾਂ। ਮੇਰੇ ਸਵਾਲ ਇਹ ਪੁੱਛਣ ਤੋਂ ਦਾ ਭਾਵ ਡਾਕਟਰ ਸਾਹਿਬ ਇਹ ਸੀਗਾ ਕਿ ਆਪਾਂ ਅੰਦਰ ਸੌਂਦੇ ਹਾਂ ਤਾਂ ਬੈੱਡ ਤੇ ਸੌਂਦੇ ਹਾਂ, ਤੇ ਉਹ ਬੈੱਡ ਤੇ ਸੌਣਾ ਜਿਹੜਾ ਹੈਗਾ ਉਹ ਆਪਾਂ ਨੂੰ ਰੋਗ ਦੇ ਰਿਹਾ। ਬਾਹਰ ਸੌਵਾਂਗੇ ਤੇ ਆਪਾਂ ਮੰਜੇ ਤੇ ਸੌਵਾਂਗੇ। ਮੰਜੇ ਤੇ ਸੌਣ ਦੇ ਤੁਸੀਂ ਮੈਨੂੰ ਬੜੇ ਫਾਇਦੇ ਗਿਣਾਏ ਸੀਗੇ, ਉਹ ਥੋੜਾ ਦੁਬਾਰਾ ਗਿਣਾ ਦਿਓ ਜੀ। ਮੰਜੇ ਤੇ ਦੇਖੋ ਨੈਚੁਰਲੀ ਆ, ਬੈੱਡ ਤੇ ਜਦੋਂ ਸੌਂਦੇ ਹਾਂ ਤਾਂ ਫਲੈਟ ਮੈਟ੍ਰਿਕਸ ਸਾਈਜ਼ ਹੁੰਦਾ ਉਹ। ਤਾਂ ਨਾਰਮਲੀ ਕੀ ਹੁੰਦਾ, ਜਦੋਂ ਅਸੀਂ ਸੌਂਦੇ ਹਾਂ ਤਾਂ ਫਲੈਟ ਦੇ ਵਿੱਚ ਜਿਹੜੀ ਪੇਟ ਵਾਲਾ ਔਰ ਕਮਰ ਵਾਲਾ ਜਿਹੜਾ ਬਲੱਡ ਹੈ ਕੁਛ ਪੈਰਾਂ ਨੂੰ ਚਲੇ ਜਾਂਦਾ, ਕੁਛ ਬ੍ਰੇਨ ਨੂੰ ਆ ਜਾਂਦਾ। ਉਹਨਾਂ ਦਾ ਹਿੱਸਾ ਫਿਰ ਬਲੱਡ ਤੋਂ ਰਹਿਤ ਹੋ ਜਾਂਦਾ, ਤਾਂ ਉਹ ਸੁਬਾਹ ਅਕੜਾਕ ਸਟਿਫਨੈਸ 'ਚ ਕਨਵਰਟ ਹੋ ਜਾਂਦਾ। ਕਮਰ ਅਕੜਾ ਜਾਂਦੀ ਆ ਔਰ ਪੇਟ ਸਾਫ਼ ਨਹੀਂ ਹੁੰਦਾ ਕਿਉਂਕਿ ਉੱਥੇ ਬਲੱਡ ਨਹੀਂ ਰਿਹਾ ਹੁੰਦਾ ਜੋ ਅਸੀਂ ਰਾਤ ਨੂੰ ਖਾਧਾ ਪ੍ਰੋਪਰ ਡਾਈਜੈਸਟ ਨਹੀਂ ਹੋਇਆ ਹੁੰਦਾ। ਜੇ ਅਸੀਂ ਮੰਜੇ 'ਤੇ ਸੌਂਦੇ ਤਾਂ ਝੋਲੀ ਬਣ ਜਾਂਦੀ ਹੈ, ਪੈਰਾਂ ਦਾ ਬਲੱਡ ਵੀ ਪੇਟ 'ਚ ਆ ਗਿਆ, ਕਮਰ 'ਚ ਆ ਗਿਆ, ਸਿਰ ਵਾਲਾ ਵੀ ਆ ਜਾਂਦਾ। ਤਾਂ ਉਹਨਾਂ ਦਾ ਹਿੱਸਾ ਊਰਜਾ 'ਚ ਰਹਿੰਦਾ, ਸਾਰੀ ਰਾਤ ਐਨਰਜੀ 'ਚ ਰਹਿੰਦਾ, ਗਰਮੈਸ਼ 'ਚ ਰਹਿੰਦਾ। ਜਿਵੇਂ ਮਾਂ ਦੇ ਢਿੱਡ ਦੇ ਵਿੱਚ ਬੱਚਾ ਆਉਂਦਾ ਬਿਲਕੁਲ। ਤਾਂ ਉਹ ਤੁਸੀਂ ਜਦੋਂ ਮੰਜੇ 'ਤੇ ਸੌਂਦੇ ਹੋ ਤਾਂ ਬਲੱਡ ਸਰਕੂਲੇਸ਼ਨ ਪ੍ਰੋਪਰ ਰਹਿਣ ਕਰਕੇ ਪੇਟ ਦੇ ਏਰੀਏ 'ਚ, ਕਮਰ ਦੇ ਏਰੀਏ 'ਚ ਤੁਹਾਡੀਆਂ ਕਮਰ ਦੀਆਂ ਸਮੱਸਿਆਵਾਂ ਤੇ ਪੇਟ ਦੇ ਨਾਲ ਰਿਲੇਟਡ ਸਮੱਸਿਆਵਾਂ ਸੋਲਵ ਹੋਣ ਲੱਗ ਪੈਂਦੀਆਂ ਨੇ, ਈਵਨ ਹੁੰਦੀਆਂ ਹੀ ਨਹੀਂ ਆ। ਇਹ ਚੰਦਰਮਾ ਜਿਹੜਾ ਹੈ ਇਹ ਮਤਲਬ ਜਿਹੜਾ ਤੁਸੀਂ ਚੰਦਰਮਾ ਦੀ ਗੱਲ ਕੀਤੀ ਹੈ, ਚੰਦਰਮਾ ਦਾ ਮਤਲਬ ਹੈਗਾ ਕਿ ਇਹ ਜਦੋਂ ਚੰਦਰਮਾ ਨਿਕਲਿਆ ਪਹਿਲੇ ਇੱਕ ਏਕਮ ਤੀਜਾ ਚੌਥ ਪੰਜਮ ਹੈ ਨਾ, ਇਸ ਤਰ੍ਹਾਂ ਪੰਚਮੀ, ਤੇ ਇਹ ਉਹਨਾਂ ਦਿਨਾਂ ਦੇ 'ਚ ਹੀ ਸੌਣਾ ਕਿ ਫਿਰ ਉਹ ਜਦੋਂ ਚੰਦਰਮਾ ਘਟਦਾ ਹੈਗਾ ਮੱਸਿਆ ਵਾਲੇ ਪਾਸੇ ਨੂੰ ਜਾਂਦਾ ਤੇ ਉਦੋਂ ਵੀ ਸੌਣਾ ਹੈ? ਜਦੋਂ ਤੋਂ ਤੁਹਾਨੂੰ ਚੰਦਰਮਾ ਦਾ ਇੱਕ ਹਿੱਸਾ ਦਿਖਣਾ ਸ਼ੁਰੂ ਕਰ ਗਿਆ ਤੁਹਾਡੀ ਦਵਾਈ ਚਾਲੂ ਹੈ ਜੀ। ਤਾਂ ਤੁਸੀਂ ਜਿਵੇਂ ਜਿਵੇਂ ਦਾ ਹਿੱਸਾ ਵੱਧਦਾ ਜਾਂਦਾ ਇੱਕ ਦਿਨ ਪੂਰਾ ਨਿਕਲ ਆਉਂਦਾ, ਤਾਂ ਉਹ ਤਾਂ ਤੁਹਾਡੇ ਲਈ ਇੱਕ ਖੁੱਲ੍ਹਾ ਭੰਡਾਰੇ ਵਾਲੀ ਗੱਲ ਹੈਗੀ ਹੈ। ਪਰ ਤੁਹਾਡੀ ਬਾਡੀ ਉਹਦੇ ਨਾਲ ਜੁੜ ਜਾਂਦੀ। ਦੇਖੋ ਨੇਚਰ ਨੇ ਨਾ ਕਿਸੇ ਨੂੰ ਕੋਈ ਪੁੱਛੜਾ ਦੱਸਣਾ ਨਹੀਂ ਹੁੰਦਾ, ਉਹਦਾ ਸੁਭਾਅ, ਉਹਦੇ ਜੋ ਸਿਧਾਂਤ ਨੇ ਉਹ ਆਪਣੇ ਆਪ ਹੀ ਇੱਕ ਯੂਨੀਵਰਸਲ ਵਰਕ ਕਰਦੇ ਰਹਿੰਦੇ। ਤੁਸੀਂ ਚਾਹੇ ਉਹਦਾ ਪਹਿਲਾ ਦਿਨ ਹੈ ਚੰਦਰਮਾ ਦਾ, ਜੇ ਦੂਸਰਾ ਦਿਨ ਹੈ, ਜਿਹੜੇ ਵੀ ਦਿਨ ਤੁਸੀਂ ਉਹਦੇ ਨਾਲ ਜੁੜਦੇ ਹੋ ਤੁਹਾਡੀ ਬਾਡੀ ਵੀ ਨਾਲ ਦੀ ਨਾਲ ਬਦਲਾਅ 'ਚ ਸ਼ੁਰੂ ਹੋ ਜਾਂਦੀ ਹੈਗੀ। ਠੀਕ ਹੈ, ਜਿਵੇਂ ਪਾਣੀ ਦਾ ਕੰਮ ਹੈ, ਜੇ ਤੁਸੀਂ ਪੀ ਲਿਆ ਤਾਂ ਠੰਡਕ ਦੇ ਦੇਗਾ, ਬਹੁਤ ਵੱਡੇ ਹਿੱਸੇ 'ਚ ਚਲੇ ਗਏ ਤਾਂ ਉਹ ਤੁਹਾਨੂੰ ਡੋਬ ਵੀ ਸਕਦਾ ਹੈਗਾ। ਅੱਗ ਦਾ ਕੰਮ ਹੈ ਸਾੜਨਾ। ਇਹ ਇਹਨਾਂ ਦੇ ਸਿਧਾਂਤ ਨੇ, ਨੇਚਰ ਨੇ ਜੋ ਇਹਨਾਂ ਦੇ ਬਣਾਏ ਹੋਏ, ਇਹ ਬਦਲ ਨਹੀਂ ਸਕਦੇ। ਉਵੇਂ ਸੂਰਜ ਦਾ ਆਪਣਾ ਸਿਧਾਂਤ ਹੈ, ਜੋ ਉਹਨੇ ਬ੍ਰਹਿਮੰਡ ਨੂੰ ਲਾਈਟ ਦੇਣੀ ਉਹ ਦੇਣੀ ਹੈ, ਜੋ ਸਾਡੇ ਸਰੀਰਾਂ ਨੂੰ ਹਿੱਸਾ ਦੇਣਾ ਉਹ ਦੇਣਾ। ਠੀਕ ਹੈ, ਤੁਸੀਂ ਲੈਣ ਲਈ ਤਿਆਰ ਹੋ ਚਾਹੇ ਨਹੀਂ, ਉਹ ਨਹੀਂ ਮੈਟਰ ਕਰਦਾ। ਤੇ ਜੋ ਚੰਦਰਮਾ ਵੀ ਉਹਨਾਂ ਸਿਧਾਂਤਾਂ 'ਚ ਹੀ ਕੰਮ ਕਰਦਾ। ਉਹਨੇ ਜੋ ਆਪਦੀ ਊਰਜਾ ਵੰਡਣੀ ਆ ਉਹਨੇ ਵੰਡਣੀ ਆ, ਪਰ ਨਿਯਮ ਹੈਗਾ ਵੀ ਜੇ ਅਸੀਂ ਆਪਣੀ ਬੂਹੇ ਬਾਰੀਆਂ ਬੰਦ ਕਰ ਲਾਂਗੇ ਤਾਂ ਸੂਰਜ ਦੀ ਰੋਸ਼ਨੀ ਨਹੀਂ ਲੈ ਸਕਦੇ, ਤੇ ਜੇ ਅਸੀਂ ਆਪ ਹੀ ਬੰਦ ਕਵਰਡ ਏਰੀਏ 'ਚ ਛੱਤਾਂ ਥੱਲੇ ਰਹਿਣ ਲੱਗ ਪਾਂਗੇ, ਮੀਨਸ ਓਪਨ ਨਹੀਂ ਜਾਵਾਂਗੇ, ਤਾਂ ਚੰਦਰਮਾ ਦੀ ਊਰਜਾ ਵੀ ਸਾਡੇ 'ਤੇ ਨਹੀਂ ਆਏਗੀ। ਉਹ ਤਾਂ ਡਿੱਗ ਹੀ ਰਹੀ ਹੈ। ਤੁਸੀਂ ਅੰਦਰ ਸੌ ਜਾਓ, ਉਹ ਤਾਂ ਜੇ ਆਪਾਂ ਕੱਲ੍ਹ ਅੰਦਰ ਸੁੱਤੇ ਹਾਂ ਤਾਂ ਉਹ ਤਾਂ ਕੱਲ੍ਹ ਰਾਤ ਵੀ ਉਹਨੇ ਊਰਜਾ ਆਪਦੀ ਦਿੱਤੀ ਸੀ। ਉੱਥੇ ਜਦੋਂ ਅਸੀਂ ਖਾਣ ਦੀ ਵਾਰੀ ਸੀ, ਪ੍ਰਸ਼ਾਦਾ ਵੰਡ ਰਿਹਾ ਸੀ, ਅਸੀਂ ਅਵੇਲੇਬਲ ਨਹੀਂ ਸੀ, ਤਾਂ ਕਸੂਰ ਸਾਡਾ ਹੈ ਨਾ, ਨੇਚਰ ਨੇ ਤਾਂ ਭੰਡਾਰ ਰੱਖਿਆ ਹੋਇਆ। ਸੋ ਇਹ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਅਸੀਂ ਸਮਝੀਏ ਅਤੇ ਇਹਨਾਂ ਦੇ ਪ੍ਰਤੀ ਵਿਸ਼ਵਾਸ ਬਣਾਈਏ। ਪਹਿਲੀ ਚੀਜ਼ ਵਹਿਮ ਅਤੇ ਭਰਮ ਨਾ ਬਣਾਈਏ, ਵਿਸ਼ਵਾਸ ਬਣਾਈਏ। ਔਰ ਇਹਨਾਂ ਲਈ ਕੋਈ ਰਿਪੋਰਟਾਂ ਮੰਗਣ ਦੀ ਜ਼ਰੂਰਤ ਨਹੀਂ ਕਿ ਸਾਇੰਟੀਫਿਕਲੀ ਅਸੀਂ ਕੁਝ ਨੂੰ ਪ੍ਰੂਫ ਕਰੀਏ। ਮੈਂ ਕਹਿੰਦਾ 3 ਹਫ਼ਤੇ ਸੌ ਜਾਓ, ਬਿਨਾਂ ਵੀ ਤੋਂ ਸੌ ਰਹੇ ਹੋ ਤਾਂ ਤੁਹਾਡੀ ਬਾਡੀ ਦੀ ਊਰਜਾ ਹੈਗੀ ਤੁਹਾਡੇ ਕੋਲ। ਤੁਸੀਂ 3 ਹਫ਼ਤੇ ਦੇ ਥੱਲੇ ਸੌ ਜਾਓ, ਤੁਹਾਨੂੰ ਉਹ ਵੀ ਊਰਜਾ ਪਤਾ ਲੱਗ ਜਾਏਗੀ, ਤਾਂ ਤੁਹਾਡੇ ਕੋਲ ਹੀ ਦੀ ਰਿਪੋਰਟ ਬਣ ਗਈ। ਪੈਸਾ ਤੁਹਾਡਾ ਲੱਗਣਾ ਨਹੀਂ, ਐਕਸਟਰਾ ਕੁਝ ਐਕਟੀਵਿਟੀ ਹੈ ਨਹੀਂ, ਸਿਰਫ ਗੱਦਾ ਚੁੱਕ ਕੇ ਉੱਪਰ ਲੈ ਜਾਓ ਅੱਜ ਦੀ ਰਾਤ। ਇੱਕ ਚੀਜ਼ ਹੋਰ ਹੈ ਡਾਕਟਰ ਸਾਹਿਬ ਕਿ ਇਹਦੇ ਨਾਲ ਕਈ ਚੀਜ਼ਾਂ ਹੋਰ ਵੀ ਜੁੜੀਆਂ ਹੋਣਗੀਆਂ, ਜਿਵੇਂ ਕਿ ਆਪਾਂ ਅੰਦਰ ਸੌਂਦੇ ਹਾਂ ਤਾਂ ਏਸੀ 'ਚ ਸੌਵਾਂਗੇ, ਅੰਦਰ ਸੌਂਦੇ ਹਾਂ ਤਾਂ ਪੱਖੇ ਹੇਠ ਸੌਵਾਂਗੇ, ਇੱਕ ਅਜਿਹੀ ਹਵਾ 'ਚ ਸੌਵਾਂਗੇ ਜਿਹੜੀ ਕਮਰੇ 'ਚ ਕੈਦ ਹੈ, ਅਤੇ ਬਾਹਰ ਸੌਵਾਂਗੇ ਅਤੇ ਆਪਾਂ ਉੱਥੇ ਇੱਕ ਕੁਦਰਤੀ ਹਵਾ 'ਚ ਸੌਵਾਂਗੇ, ਕੁਦਰਤੀ ਵਾਤਾਵਰਨ 'ਚ ਸੌਵਾਂਗੇ। ਉਹ ਦੋਨਾਂ ਦੇ ਵਾਤਾਵਰਨ ਦੇ ਇੱਕ ਤਾਂ ਚੰਦਰਮਾ ਦੀ ਲਾਈਟ ਹੋ ਗਈ, ਦੂਜੇ ਵਾਤਾਵਰਨ ਦੇ ਚੇਂਜ ਹੋਣ ਨਾਲ ਵੀ ਫਰਕ ਪੈਂਦਾ ਹੈ। ਦੇਖੋ ਕਿਉਂਕਿ ਚਲੋ ਆਪਾਂ ਵੀਡੀਓ ਚੰਦਰਮਾ 'ਤੇ ਫੋਕਸ ਕਰਕੇ ਬਣਾ ਰਹੇ ਸੀ, ਤਾਂ ਕਰਕੇ ਆਪਾਂ ਇਕੱਲਾ ਚੰਦਰਮਾ 'ਤੇ ਗੱਲ ਕਰ ਰਹੇ ਸੀ। ਵਾਯੂਮੰਡਲ ਥੱਲੇ ਬ੍ਰਹਿਮੰਡ ਨਾਲ ਜੁੜੋਗੇ ਤਾਂ ਤੁਹਾਡੀ ਬਾਡੀ ਦੇ ਅੰਦਰ ਬਹੁਤ ਸਾਰੀਆਂ ਐਕਟੀਵਿਟੀਜ਼ ਗੇਨ ਆ ਜਾਣਾ।
ਠੀਕ ਹੈ। ਸਭ ਤੋਂ ਵੱਡਾ ਤੁਹਾਡੇ ਫੇਫੜਿਆਂ ਦਾ ਭਲਾ ਹੋਣਾ, ਜਿਹੜੇ ਵਿਚਾਰੇ ਡਰਾਈ ਹੋਏ ਪਏ ਨੇ, ਕਾਲ ਵਾਲੇ ਏਰੀਆ 'ਚ ਰਹਿੰਦੇ ਪਏ ਨੇ। ਹੁਣ ਏਸੀ ਰੂਮ ਦੇ ਅੰਦਰ ਜੇ ਆਪਾਂ ਰਿਐਲਿਟੀ 'ਚ ਸਮਝੀਏ, ਆਕਸੀਜਨ ਤਾਂ ਹੈ ਹੀ ਨਹੀਂ, ਤੁਹਾਡੀ ਬੋਡੀ ਦੀ ਕਾਰਬਨ ਹੈ ਤੇ ਏਸੀ ਦੀ ਗੈਸ ਹੈ, ਤੇ ਤੀਸਰਾ ਤਾਂ ਹਿੱਸਾ ਹੀ ਨਹੀਂ ਹੈਗਾ ਉੱਥੇ। ਠੀਕ ਹੈ, ਉਹ ਸਿਰਫ ਜੀਵਤ ਰੱਖਣ ਵਾਲੀ ਆਕਸੀਜਨ ਘੁੰਮ ਰਹੀ ਹੁੰਦੀ ਹੈ, ਤੰਦਰੁਸਤ ਰੱਖਣ ਵਾਲੀ ਤਾਂ ਆਕਸੀਜਨ ਲੈਵਲ ਹੀ ਨਹੀਂ ਹੈਗਾ। ਫੇਫੜੇ ਸਾਨੂੰ ਫਿਰ ਵੀ ਜਿੰਦਾ ਰੱਖਦੇ ਆ, ਫਿਰ ਵੀ ਸਰਕੂਲੇਟ ਕਰਦੇ ਆ, ਫਿਰ ਵੀ ਉਹ ਪੂਰੀ ਲਹੂ ਪ੍ਰਣਾਲੀ ਨੂੰ ਦੇ ਕੇ ਤੇ ਸੈੱਲਾਂ ਦੇ ਵਿੱਚੋਂ ਗੰਦਗੀ ਬਾਹਰ, ਪਰ ਉਹ ਕਰਨ ਕੀ, ਬਲੱਡ ਨੇ ਜਦੋਂ ਸਰੀਰ ਦੇ ਸੈੱਲਾਂ ਦੇ ਵਿੱਚੋਂ ਕਾਰਬਨ ਲਈ ਵਾਪਸ ਫੇਫੜਿਆਂ ਨੂੰ ਦਿੱਤੀ, ਫੇਫੜਿਆਂ ਨੇ ਬਾਹਰ ਕੱਢੀ, ਤੇ ਵਾਪਸ ਫਿਰ ਫੇਫੜਿਆਂ ਨੇ ਆਕਸੀਜਨ ਲੈਣੀ ਸੀ। ਆਕਸੀਜਨ ਕਿੱਥੋਂ ਲੈਣ? ਕਾਰਬਨ ਹੀ ਕਾਰਬਨ ਭਰਿਆ ਪਿਆ ਰੂਮ 'ਚ। ਜੋ ਆਪਾਂ ਮਟੀਰੀਅਲ ਦਾਂਗੇ ਉਹੀ ਉਹਨੇ ਬਾਹਰ। ਯੈਸ। ਤੇ ਜੇ ਅਸੀਂ ਖੁੱਲ੍ਹੇ 'ਚ ਸੌਵਾਂਗੇ ਤਾਂ ਤੁਸੀਂ ਆਕਸੀਜਨ ਲਈ ਬਲੱਡ ਨੂੰ, ਫੇਫੜਿਆਂ ਨੇ ਬਲੱਡ ਨੂੰ ਦਿੱਤੀ, ਬਲੱਡ ਨੇ ਸੈੱਲ ਤੱਕ ਜਾ ਕੇ ਸਾਫ਼ ਸਫਾਈ ਕਰਕੇ ਗੰਦਾ ਬਲੱਡ ਬਾਹਰ ਆ ਗਿਆ, ਉਹ ਫੇਫੜਾ ਤੱਕ ਆਇਆ, ਕਾਰਬਨ ਫੇਫੜਿਆਂ ਨੇ ਬਾਹਰ ਕੱਢਤੀ, ਤਾਂ ਸਾਈਕਲ ਚੱਲ ਪਿਆ। ਬੰਦ ਕਮਰੇ 'ਚ ਸਾਈਕਲ ਰੁਕ ਜਾਂਦਾ। ਇੱਕ ਇਹ ਲਾ ਲਓ ਬੰਦਾ ਬੇਹੋਸ਼ ਔਰ ਅੱਧਮੋਇਆ ਹੁੰਦਾ ਉਹਦੇ ਵਿੱਚ, ਔਰ ਸਾਡੇ ਜਿਹੜੇ ਆਰਗਨਸ ਉਹ ਵੀ ਅੱਧਮੋਏ ਵਾਲੇ ਚਲੇ ਜਾਂਦੇ ਹੈਗੇ, ਤਾਂ ਉਹ ਤਾਂ ਇੱਕ ਨੁਕਸਾਨ ਹੈ ਹੀ ਆ। ਸਾਡੀ ਲਾਈਫ ਘਟਦੀ ਆ, ਸਾਡਾ ਬਲੱਡ ਸਰਕੂਲੇਸ਼ਨ ਘਟਦਾ ਹੈ, ਸਾਡੇ ਫੇਫੜਿਆਂ ਦੇ ਕੰਮ ਘਟਦੇ ਨੇ, ਸਾਡੀ ਕਿਡਨੀ ਦੇ ਕੰਮ ਘਟਦੇ ਨੇ, ਹਾਰਟ ਦੇ ਕੰਮ ਘਟਦੇ ਨੇ, ਬ੍ਰੇਨ ਦੇ ਕੰਮ ਘਟ ਜਾਂਦੇ ਨੇ। ਖੁੱਲ੍ਹੇ 'ਚ ਸੌਂ ਤੇ ਸਾਰੇ ਵੱਧ ਜਾਣੇ। ਓਵਰਆਲ ਮਿਲਾ ਕੇ ਨਾਲੇ ਤਾਂ ਚੰਦਰਮਾ ਦਾ ਜਿਹੜਾ ਪ੍ਰਭਾਵ ਹੈਗਾ ਉਹ ਪਏਗਾ, ਤੇ ਨਾਲੇ ਵਾਤਾਵਰਨ ਦਾ ਪ੍ਰਭਾਵ ਪਏਗਾ, ਤੇ ਤੰਦਰੁਸਤੀ ਜਿਹੜੀ ਸਾਡਾ ਇੰਤਜ਼ਾਰ ਕਰ ਰਹੀ ਹੈ। ਖੁੱਲ੍ਹੀ ਆਕਸੀਜਨ ਦਾ ਭੰਡਾਰ ਜਿਹੜਾ ਹੋਰ ਕਿਤੋਂ ਨਹੀਂ ਮਿਲਣਾ, ਤੇ ਬੜਾ ਪਾਵਰਫੁਲ ਐਕਸਪੀਰੀਅੰਸ ਕਰੀਏ। ਦੇਖੋ ਕੀ ਹੁੰਦਾ ਹੈ, ਅਸੀਂ ਇੱਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਹੀ ਕਵਰਡ ਏਰੀਏ 'ਚ ਆਏ ਹਾਂ, ਤੇ ਵਾਪਸ ਫਿਰ ਇੱਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਹੀ ਓਪਨ 'ਚ ਜਾਵਾਂਗੇ। ਇਸ ਕਰਕੇ ਗੱਲਾਂ ਬਾਤਾਂ ਜ਼ਰੂਰੀ ਨੇ ਜੋ ਅੱਜ ਆਪਾਂ ਕੀਤੀਆਂ ਨੇ। ਜਦੋਂ ਇਹ ਗੱਲਾਂ ਬਾਤਾਂ ਕੋਈ ਸੁਣੇਗਾ, ਅਸੀਂ ਨਹੀਂ ਕਹਿ ਰਹੇ ਕਿ ਆਪਾਂ ਲੋਕਾਂ ਨੂੰ ਤਿਆਰ ਕਰਤਾ ਤੇ ਉਹ ਆਪਣੀ ਮੰਨ ਲੈਣਗੇ, ਕੋਈ ਲੋੜ ਨਹੀਂ ਉਹਨਾਂ ਨੂੰ ਆਪਣੀ ਮੰਨਣ ਦੀ, ਬਟ ਇੱਕ ਰੈਫਰੈਂਸ ਦਿੱਤਾ ਹੈ ਵੀ ਜੇ 10 ਬੰਦਿਆਂ ਨੇ ਵੀਡੀਓ ਦੇਖੀ ਹੈ ਨਾ, ਤੇ ਇੱਕ ਨੂੰ ਵੀ ਸਮਝ ਆ ਗਈ ਹੈ, ਤੂੰ ਅੱਜ ਬਿਸਤਰਾ ਕੋਠੇ ਦੇ ਉੱਤੇ ਲਾਏਗਾ ਜਾਂ ਮੱਛਰਦਾਨੀ ਲਾ ਕੇ ਸੋਏਗਾ, ਤਾਂ ਉਹ ਇੰਨਾ ਜ਼ਰੂਰ ਕਹੇਗਾ, ਹਾਂ ਮੱਛਰ ਦੀ ਐਕਟੀਵਿਟੀ ਨੂੰ ਛੱਡ ਕੇ ਮੈਂ ਕਹਿ ਰਿਹਾ, ਕਿਉਂਕਿ ਰਾਤ ਨੂੰ ਜੇ ਮੱਛਰ ਵੱਧ ਲੜਿਆ ਤੇ ਉਹ ਆਪਾਂ ਨੂੰ ਨਾ ਬੁਰਾ ਭਲਾ ਕਵੇ ਕੋਈ ਵੀ। ਠੀਕ ਹੈ, ਮੱਛਰ ਦੀ ਐਕਟੀਵਿਟੀ ਨੂੰ ਛੱਡ ਕੇ ਬਾਕੀ ਸਾਰੀ ਐਕਟੀਵਿਟੀ ਬਹੁਤ ਅੱਛੀਆਂ ਰਹਿਣਗੀਆਂ ਉਹਦੀਆਂ। ਹਾਂ, ਜੇ ਉਹ ਮੱਛਰ ਦਾ ਇੰਤਜ਼ਾਮ ਕਰਕੇ ਉੱਤੇ ਜਾਂਦਾ, ਮੱਛਰਦਾਨੀ ਵਧੀਆ ਅੱਛੀ ਤੇ ਕਵਰ ਲਾਉਂਦਾ, ਤਾਂ ਭਰਪੂਰ ਆਨੰਦ, ਖੁੱਲ੍ਹੀ ਨੀਂਦ, ਸਵੇਰੇ ਜਲਦੀ ਉੱਠਣਾ, ਜਲਦੀ ਉੱਠਣਾ, ਊਰਜਾ 'ਚ ਉੱਠਣਾ, ਤੇ ਬਹੁਤ ਲੰਮਾ ਕੰਮ ਕਰਨ ਦੀ ਊਰਜਾ ਅਸੀਂ ਲੈ ਲਾਂਗੇ। ਸੁਬਾਹ ਉੱਠ ਕੇ ਥਕਾਵਟ ਘਟੇਗੀ, ਭੁੱਖ ਵਧੇਗੀ। ਚੌਥੀ ਗੱਲ, ਸਵੇਰੇ ਉੱਠ ਕੇ ਸਰੀਰ ਦੇਖੋ ਬੋਡੀ ਕਿਵੇਂ ਸਾਫ਼ ਹੁੰਦੀ। ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਸਨਲਾਈਟ ਲੈਣ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਆਟੋਮੈਟਿਕਲੀ ਸੁੱਤੇ ਪਏ ਬੰਦੇ ਨੂੰ ਤਾਂ ਜੇ ਥੋੜ੍ਹਾ ਜਿਹਾ ਲੇਟ ਹੋਗਾ ਤੂੰ ਆਪਣੇ ਆਪ ਮਿਲ ਜਾਏਗਾ। ਹਾਂ, ਉਹ ਆਪਣੇ ਆਪ ਮਿਲ ਜਾ, ਨਹੀਂ ਨੇਚਰ ਦਾ ਸੁਭਾਅ ਹੈ, ਤੁਹਾਨੂੰ ਸਨਲਾਈਟ ਆਉਣ ਹੀ ਨਹੀਂ ਦੇਣੀ, ਪਹਿਲੇ ਬੋਡੀ ਨੂੰ ਉੱਠ ਪੈਣਾ, ਇਹ ਜੁੜੀ ਹੁੰਦੀ ਆ। ਤੇ ਡਾਕਟਰ ਸਾਹਿਬ ਤੁਸੀਂ ਇੰਨੀ ਵਡਮੁੱਲੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਇੰਨੀ ਖੂਬਸੂਰਤ ਔਰ ਇੰਨੀ ਵਧੀਆ ਜਾਣਕਾਰੀ ਇੱਕ ਛੋਟੇ ਜਿਹੇ ਵੀਡੀਓ ਦੇ ਵਿੱਚ ਦਿੱਤੀ ਹੈ, ਗਾਗਰ 'ਚ ਸਾਗਰ ਭਰ ਦਿੱਤਾ। ਤੁਹਾਡਾ ਬਹੁਤ ਬਹੁਤ ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਪਿਆਰ ਤੇ ਆਸ਼ੀਰਵਾਦ ਬਣਾਈ ਰੱਖਿਓ ਜੀ। ਇਹ ਉਹ ਜਾਣਕਾਰੀ ਹੈ ਜਿਹੜੀ ਇਸ ਦੇਸ਼ 'ਚ ਪੈਦਾ ਹੋਏ ਹਰ ਇਨਸਾਨ ਨੂੰ ਔਰ ਇਸ ਦੇਸ਼ 'ਚ ਰਹਿ ਰਹੇ ਸਾਰੇ ਘਰਾਂ ਦੇ ਵਿੱਚ ਜਾਣੀ ਬੜੀ ਜ਼ਰੂਰੀ ਹੈ। ਇਹਨਾਂ 'ਤੇ ਗੱਲਾਂ ਬਾਤਾਂ ਹੋਣੀਆਂ ਬਹੁਤ ਜ਼ਰੂਰੀ ਹੈ, ਅਤੇ ਵਿਚਾਰਾਂ ਹੋਣੀਆਂ ਬਹੁਤ ਜ਼ਰੂਰੀ ਹੈ। ਬਾਕੀ ਮਰਜ਼ੀ ਸਭ ਨੇ ਆਪਣੀ ਆਪਣੀ ਕਰਨੀ ਹੈ, ਪਰ ਇਹ ਵੀਡੀਓ ਦੇਖਣ ਤੋਂ ਬਾਅਦ, ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਸਮਝ ਲੱਗ ਜਾਣਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਬਿਮਾਰ ਕਿਉਂ ਹੋ ਰਹੇ ਹਾਂ। ਬਹੁਤ ਸਾਰੀ ਐਕਟੀਵਿਟੀ ਸਾਡੀ ਬੋਡੀ 'ਚ ਇਸ ਤਰ੍ਹਾਂ ਦੀਆਂ ਹੋ ਰਹੀਆਂ ਜਿਨ੍ਹਾਂ ਨਾਲ ਇਲਾਜ ਵੀ ਨਹੀਂ ਹੋ ਰਿਹਾ ਹੁੰਦਾ, ਅਤੇ ਸਾਨੂੰ ਸਮਝ ਵੀ ਨਹੀਂ ਆ ਰਹੀ ਹੁੰਦੀ। ਪਰ ਜੇ ਤੁਸੀਂ ਇਹਨਾਂ ਵੀਡੀਓ ਨੂੰ ਦੇਖੋਗੇ ਤਾਂ ਤੁਹਾਨੂੰ ਸਮਝ ਲੱਗ ਜਾਏਗੀ ਵੀ ਹਾਂ, ਇਸ ਰੋਗ ਪਿੱਛੇ ਮੇਰਾ ਆਹ ਇੱਕ ਕਾਰਨ ਵੀ ਹੈ, ਤਾਂ ਤੁਹਾਨੂੰ ਸੋਲੂਸ਼ਨ ਮਿਲੇਗਾ। ਸਿੰਪਲ ਹੈ, ਇਹ ਜੀਵਨ ਨੂੰ ਸੁਧਾਰਨ ਵਾਲੀਆਂ ਵੀਡੀਓਜ਼ ਨੇ ਇਸ ਤਰ੍ਹਾਂ ਦੀਆਂ, ਜਦੋਂ ਤੁਹਾਡੀਆਂ ਆਦਤਾਂ 'ਚ ਸੁਧਾਰ ਆਏਗਾ, ਤੁਹਾਡੀ ਅਗਲੀ ਪੀੜ੍ਹੀ 'ਚ ਆਪਣੇ ਆਪ ਆ ਜਾਏਗਾ। ਔਰ ਵੱਡੀ ਗੱਲ ਕੀ ਹੈਗੀ ਹੈ ਕਿ ਇੱਕ ਰਿਕੁਐਸਟ ਹੈ, ਜਦੋਂ ਤੁਸੀਂ ਇਸ ਤਰ੍ਹਾਂ ਦੇ ਲਾਈਫ ਸਟਾਈਲ 'ਚ ਜਾਓ, ਮੋਬਾਈਲ ਨੂੰ ਆਪਣੇ ਨੀਚੇ ਰੂਮ 'ਚ ਹੀ ਚਾਰਜਿੰਗ 'ਤੇ ਲਗਾ ਕੇ ਜਾਓ, ਮੋਬਾਈਲ ਨਾਲ ਕੈਰੀ ਨਹੀਂ ਕਰਨਾ। ਜੇ ਤੁਹਾਡੇ ਘਰੇ ਛੋਟੇ ਬੱਚੇ ਨੇ, ਉਹਨੂੰ ਨਾਲ ਲੈ ਕੇ ਜਾਓ, ਖੁੱਲ੍ਹੇ ਆਸਮਾਨ ਥੱਲੇ ਜਦੋਂ ਲੰਮੇ ਪਾਓਗੇ, ਕੋਈ ਤਾਰੇ ਦੀ ਗੱਲ ਕਰੋਗੇ, ਕੋਈ ਚੰਦਰਮਾ ਦੀ ਗੱਲ ਕਰੋਗੇ, ਕੁਝ ਆਪਸੀ ਗੱਲਾਂ ਕਰੋਗੇ, ਕੁਝ ਬਾਤ ਪਾਓਗੇ, ਕੁਝ ਕਹਾਣੀ ਸੁਣਾਓਗੇ। ਬਿਲਕੁਲ, ਔਰ ਸੱਚੀ ਗੱਲ ਹੈ, ਬਿਲਕੁਲ ਸਹੀ ਤੁਸੀਂ ਕਿਹਾ। ਚੰਦਰਮਾ ਦੇ ਥੱਲੇ ਜਿਹੜੀ ਆਪਾਂ ਗੱਲ ਕਹਿ ਕਿ ਮੈਮਰੀ ਪਾਵਰ ਵੱਧਦੀ ਹੈਗੀ, ਮੈਮਰੀ ਪਾਵਰ ਦਾ ਮਤਲਬ ਹੀ ਇਹ ਹੈਗਾ, ਇੱਕ ਤਾਂ ਚੰਦਰਮਾ ਤੁਹਾਡੇ ਅੰਦਰ ਹਾਈਪਰ ਐਕਟੀਵਿਟੀ ਜਿਹੜੀਆਂ ਜ਼ਿਆਦਾ ਹੋ ਰਹੀਆਂ ਨੇ, ਓਵਰ ਐਕਸੈਸਿਵ ਵਰਕ ਹੁੰਦੇ ਨੇ, ਉਹ ਘਟਾ ਦਿੰਦਾ।
ਤੇ ਫਿਰ ਤੁਹਾਡੇ ਅੰਦਰ ਇੱਕ ਮੈਮਰੀ ਪਾਵਰ ਜਦੋਂ ਵੱਧਦੀ ਹੈਗੀ ਆ, ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚ ਵੀ ਇੱਕ ਤਾਕਤ ਜੀ ਆ ਜਾਂਦੀ ਹੈ। ਔਰ ਜਿਹੜਾ ਬੱਚਾ ਤੁਹਾਡੇ ਨਾਲ ਸੋਏਗਾ ਉਹਦਾ ਵੀ ਮਾਈਂਡ ਠੰਡਾ, ਸੁਭਾਅ ਸ਼ਾਂਤ ਤੇ ਸ਼ਾਰਪ ਹੋਏਗਾ, ਔਰ ਉਹਦੇ ਅੰਦਰ ਵੀ ਸਵਾਲ ਤੇ ਜਵਾਬ ਦੋਨੇ ਕੰਮ ਕਰਨੇ ਸ਼ੁਰੂ ਕਰ ਦੇਣਗੇ। ਤਾਂ ਸੋ ਹੋਪਲੀ ਇਹ ਵੀਡੀਓ ਤੁਹਾਨੂੰ ਇਹ ਵੀ ਹਮੇਸ਼ਾ ਦੀ ਤਰ੍ਹਾਂ ਇਹ ਵੀ ਵੀਡੀਓ ਪਸੰਦ ਆਈ ਹੋਏਗੀ। ਸੋ ਇਹਨਾਂ ਪਿਆਰ ਤੇ ਆਸ਼ੀਰਵਾਦ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ। ਗੱਲ ਛੋਟੀ ਜੀ ਹੈ, ਜਾਣਕਾਰੀ ਸਾਰਿਆਂ ਨੂੰ ਹੈ ਪਰ ਧਿਆਨ ਕੋਈ ਨਹੀਂ ਦਿੰਦਾ। ਪਰ ਜਦੋਂ ਇਸ ਚੀਜ਼ ਨੂੰ ਰੋਗ ਦੇ ਨਾਲ ਜੋੜਿਆ ਗਿਆ ਕਿ ਰੋਗ ਕਿਵੇਂ ਠੀਕ ਹੋਣਗੇ, ਮੈਨੂੰ ਲੱਗਦਾ ਹੁਣ ਤੁਹਾਡੇ ਦਿਮਾਗ 'ਚ ਕਲਿੱਕ ਕੀਤੀ ਹੋਣੀ ਵੀ ਗੱਲ ਠੀਕ ਹੈ। ਇੰਨਾ ਕੁ ਸਾਈਕਲ ਚੰਦਰਮਾ ਦਾ ਹੁੰਦਾ ਹੈ, ਇੰਨਾ ਕੁ ਜਿਹੜਾ ਉਹ ਤਸਵੀਰ ਜਿਹੜੀ ਇੱਦਾਂ ਦੀ ਤਸਵੀਰ ਚੰਦਰਮਾ ਦੀ ਹੈਗੀ ਹੈ। ਚੰਦਰਮਾ ਦੀ ਰੋਸ਼ਨੀ ਦੇ ਵਿੱਚ ਰੱਖੀਆਂ ਹੋਈਆਂ ਚੀਜ਼ਾਂ ਖਾਣ ਦੇ ਨਾਲ ਅਸੀਂ ਕਿੱਦਾਂ ਠੀਕ ਹੁੰਦੇ ਹਾਂ, ਇਹ ਆਯੁਰਵੇਦ ਦੇ ਵਿੱਚ ਵੀ ਜ਼ਿਕਰ ਹੈ। ਅਤੇ ਕਿਉਂ ਨਹੀਂ ਅਸੀਂ ਇਸ ਚੀਜ਼ ਨੂੰ ਅਪਣਾ ਲੈਂਦੇ। ਅਤੇ ਸਭ ਤੋਂ ਵੱਡੀ ਗੱਲ ਕਿ ਅਸੀਂ ਜਦੋਂ ਏਸੀ ਵਾਲੇ ਕਮਰੇ ਨੂੰ ਛੱਡ ਕੇ ਬਾਹਰ ਜਾ ਕੇ ਖੁੱਲ੍ਹੇ ਵਾਤਾਵਰਣ 'ਚ ਪੈਂਦੇ ਹਾਂ, ਖੁੱਲ੍ਹੀ ਹਵਾ ਲੈਂਦੇ ਹਾਂ, ਸਭ ਕੁਝ ਸਾਨੂੰ ਜਿਹੜਾ ਕੁਦਰਤੀ ਮਿਲਦਾ ਹੈਗਾ, ਤਾਂ ਫਿਰ ਜਿਹੜੀ ਆ ਉਹ ਨਾ ਸਿਰਫ ਬਾਡੀ ਦੇ ਅੰਦਰ ਦੀ ਜਿਹੜੀ ਸ਼ਕਤੀ ਆ ਉਹ ਕੁਦਰਤ ਨਾਲ ਮਿਲਨ ਹੁੰਦਾ ਉਸ ਚੀਜ਼ ਦਾ, ਅਤੇ ਸਾਡੇ ਅੰਦਰ ਦਾ ਸਾਰਾ ਸਿਸਟਮ ਠੀਕ ਹੋਣਾ ਸ਼ੁਰੂ ਹੋ ਜਾਂਦਾ। ਬਲਕਿ ਅਸੀਂ ਜਦੋਂ ਕੁਦਰਤ ਨਾਲ ਨੇੜੇ ਹੋ ਕੇ ਜੁੜਦੇ ਹਾਂ ਤਾਂ ਫਿਰ ਕੁਦਰਤ ਦੇ ਪ੍ਰਤੀ ਸਾਡਾ ਪਿਆਰ ਵੀ ਜਾਗਦਾ। ਅਤੇ ਜਿਹੜੇ ਲੋਕ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ, ਸਾਡੇ ਮਨਾਂ ਦੇ ਵਿੱਚ ਕੁਦਰਤ ਪ੍ਰਤੀ ਜਿਹੜੀ ਟੀਸ ਹੈ ਉਹ ਉਹਨਾਂ ਨੂੰ ਰੋਕਣ ਲਈ ਸਾਨੂੰ ਜਿਹੜਾ ਉਹ ਸ਼ਕਤੀ ਦਿੰਦੀ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਜਾਣਕਾਰੀ ਛੋਟੀ ਜਿਹੀ ਜ਼ਰੂਰ ਹੈ ਲੇਕਿਨ ਕੰਮ ਦੀ ਬਹੁਤ ਹੈ। ਇੱਕ ਇੰਨੀ ਕੁ ਕੰਮ ਦੀ ਹੈ ਕਿ ਜੇ ਇਸ ਚੀਜ਼ ਨੂੰ ਜਿਹੜਾ ਵੀ ਕੋਈ ਅਪਣਾਏਗਾ, ਕੁਛ ਵੀ ਚਾਹੇ ਨਾ ਹਾਸਲ ਕਰੇ, ਇੱਕ ਕੁਦਰਤ ਦੇ ਨੇੜੇ ਹੋ ਕੇ ਇੱਕ ਖੁੱਲ੍ਹੇ ਵਾਤਾਵਰਣ 'ਚ ਸੌਣ ਦਾ ਆਨੰਦ ਜ਼ਰੂਰ ਮਾਣੇਗਾ। ਅਤੇ ਜੇਕਰ ਅਜਿਹਾ ਹੁੰਦਾ ਤਾਂ ਉਹਦੇ ਨਾਲ ਉਹ ਆਪਣੀਆਂ ਬਿਮਾਰੀਆਂ ਅਤੇ ਆਪਣੀ ਤੰਦਰੁਸਤੀ ਠੀਕ ਕਰਕੇ ਤੰਦਰੁਸਤੀ ਹਾਸਲ ਕਰਦੇ ਨੇ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।